ਵਾਲੀ ਗੁਲਾਲਮ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਮੁਜੱਸਮਾ ਆਬੇ ਹਯਾ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਜੁੜ ਬੈਠੇ ਮੌਜੂਦ ਹਾਜ਼ਰੀ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪ੍ਰਬੰਧਕ ਸਾਹਿਬਾਨ ਦੇ ਵੱਲੋਂ ਹੁਕਮ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਯਾਤਰਾ, ਸੰਕਲਪ, ਸਿੱਖਿਆ ਔਰ ਸ਼ਹਾਦਤ, ਇਹਨਾਂ ਵਿਸ਼ਿਆਂ ਦੇ ਉੱਪਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਸੋ 2 ਦਿਨ ਗੁਰੂ ਘਰ ਦੇ ਵਿੱਚ ਹਾਜ਼ਰੀ ਹੈ। ਇਸ ਦੇ ਦੌਰਾਨ ਅੱਜ ਮੇਰੀ ਕੋਸ਼ਿਸ਼ ਹੋਵੇਗੀ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਜਿਹੜੀ ਸਾਨੂੰ ਵੱਖ-ਵੱਖ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦੀ ਹੈ, ਉਸ ਦੇ ਬਾਰੇ ਕੁਝ ਵਿਚਾਰ ਜ਼ਰੂਰ ਸਾਂਝੇ ਕੀਤੇ ਜਾ ਸਕਣ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ, ਜਿਸ ਦੇ ਬਾਰੇ ਸਭ ਤੋਂ ਅਹਿਮ ਗੱਲ ਭਾਈ ਨੰਦ ਲਾਲ ਜੀ ਬਿਆਨ ਕਰ ਦਿੰਦੇ ਨੇ। ਉਹ ਕਹਿੰਦੇ ਨੇ, ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ, ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਸ਼ਬਦ ਕਹਿਣ ਦੇ ਵਿੱਚ 2 ਲਾਈਨਾਂ ਦੇ ਵਿੱਚ ਸਮਾਪਤ ਹੋ ਜਾਂਦਾ ਹੈ, ਪਰ ਜਦੋਂ ਅਸੀਂ ਇਸ ਦੇ ਅਰਥ ਵੇਖਦੇ ਹਾਂ ਤਾਂ ਉਹ ਬਹੁਤ ਹੀ ਭਾਵਪੂਰਤ ਨੇ। ਜੀ ਤੁਹਾਡੀ ਸਾਊਂਡ ਸੈੱਟ ਨਹੀਂ ਹੈਗੀ, ਸਾਊਂਡ ਨਹੀਂ ਸੈੱਟ ਹੈਗੀ, ਇਹਨੂੰ ਸੈੱਟ ਕਰੋ ਥੋੜ੍ਹਾ, ਬੇਸ ਥੋੜ੍ਹੀ ਘੱਟ ਕਰ ਦਿਓ। ਹਾਂ, ਘੱਟ ਕਰ ਦਿਓ, ਬਸ ਠੀਕ ਜੀ। ਭਾਈ ਨੰਦ ਲਾਲ ਜੀ ਬਿਆਨ ਕਰਦੇ ਨੇ, ਤੇਗ ਬਹਾਦਰ ਰਾਹ ਸਰਾਪਾ ਅਫਜ਼ਾਲ, ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਜਦੋਂ ਅਸੀਂ ਤੁਸੀਂ ਸਾਰੇ ਬਿਜ਼ਨਸ ਦੇ ਵਿੱਚੋਂ, ਵਪਾਰ ਦੇ ਵਿੱਚੋਂ ਕਿਸੇ ਮੁਸਲਮਾਨ ਵੀਰ ਨੂੰ ਪੁੱਛੀਏ ਕੀ ਹਾਲ ਹੈ, ਤਾਂ ਉਸ ਦਾ ਅੱਗੋਂ ਜਵਾਬ ਹੁੰਦਾ ਹੈ ਕਿ ਖੁਦਾ ਦਾ ਫਜ਼ਲ ਹੈ, ਅੱਲਾ ਦਾ ਫਜ਼ਲ ਹੈ। ਸੋ ਫਜ਼ਲ ਦਾ ਭਾਵ ਹੈ ਮਿਹਰ, ਰਹਿਮ, ਕਰਮ। ਅਕਸਰ ਇਹ ਇੱਕ ਵਚਨ ਹੀ ਹੁੰਦਾ ਇਸ ਤਰ੍ਹਾਂ ਦੇ ਨਾਲ ਕਿ ਪਰਮਾਤਮਾ ਦੀ, ਅੱਲਾ ਦੀ ਮਿਹਰ ਹੈ, ਅੱਲਾ ਦਾ ਕਰਮ ਹੈ, ਅੱਲਾ ਦਾ ਫਜ਼ਲ ਹੈ। ਪਰ ਜਦੋਂ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਨੰਦ ਲਾਲ ਜੀ ਵਰਤਦੇ ਨੇ ਨਾ, ਉਹ ਕਹਿੰਦੇ ਨੇ, ਤੇਗ ਬਹਾਦਰ ਰਾਹ, ਗੁਰੂ ਤੇਗ ਬਹਾਦਰ ਹੈ ਸਰਾਪਾ, ਰੂਹ ਤੋਂ ਜਿਸਮ ਤੱਕ, ਸਿਰ ਤੋਂ ਪੈਰਾਂ ਤੱਕ, ਭਾਵ ਕਿ ਸਾਰੀ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਹ ਭਰੀ ਹੋਈ ਹੈ ਅਫਜ਼ਾਲ, ਫਜ਼ਲ ਦਾ ਬਹੁਵਚਨ, ਰਹਿਮ ਦੇ ਨਾਲ, ਕਰਮ ਦੇ ਨਾਲ, ਮਿਹਰ ਦੇ ਨਾਲ ਭਰੀ ਹੋਈ। ਅਗਲੀ ਗੱਲ ਉਹ ਫਿਰ ਬੜੀ ਬਾਕਮਾਲ ਕਰਦੇ ਨੇ, ਕਹਿੰਦੇ ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾਲ। ਕਹਿੰਦੇ ਕੇਵਲ ਉਹਨਾਂ ਦੀ ਬੰਦਗੀ ਵੱਲ, ਤਿਆਗ ਵੱਲ, ਉਹਨਾਂ ਦੀ ਭਗਤੀ ਵੱਲ ਹੀ ਧਿਆਨ ਕੇਂਦਰਿਤ ਨਾ ਕਰੋ, ਬਲਕਿ ਜਦੋਂ ਉਹ ਵਿਚਾਰ ਚਰਚਾ ਕਰਦੇ ਨੇ, ਜ਼ੀਨਤ ਅਰਾਏ ਮਹਿਫਿਲ, ਜਦੋਂ ਮਹਿਫਿਲ ਦੇ ਵਿੱਚ ਬੈਠ ਕੇ ਵਿਚਾਰ ਚਰਚਾ ਕਰਦੇ ਨੇ ਨਾ, ਉਦੋਂ ਜਿਹੜਾ ਉਹਨਾਂ ਦਾ ਜ਼ਾਹੋ ਜ਼ਲਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ ਹੁੰਦੀ ਹੈ ਨਾ, ਉਹ ਵੇਖਣ ਵਾਲੀ ਹੁੰਦੀ ਹੈ। ਸੋ ਅੱਜ ਔਰ ਕੱਲ੍ਹ ਦੇ ਵਿਖਿਆਨ ਦੇ ਵਿੱਚ ਇਸੇ ਹੀ ਗੱਲ ਦੇ ਉੱਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਵਿਖਿਆਨ ਨੂੰ ਕੇਂਦਰਿਤ ਰੱਖਿਆ ਜਾ ਸਕੇ ਕਿ ਉਹਨਾਂ ਦੀ ਸਿਮਰਨ ਜਾਂ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਜਿਹੜੀ ਸ਼ਖਸੀਅਤ ਹੈ ਉਹ ਕਿਵੇਂ ਦੀ ਹੈ। ਇਤਿਹਾਸ ਦੀ ਬਹੁਤ ਲੋੜ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕੀਰਤਨ ਦਾ ਕੋਈ ਮਹੱਤਵ ਨਹੀਂ, ਸਿਮਰਨ ਦਾ ਕੋਈ ਮਹੱਤਵ ਨਹੀਂ, ਕਥਾ ਦਾ ਕੋਈ ਮਹੱਤਵ ਨਹੀਂ। ਸਾਰਿਆਂ ਦਾ ਆਪੋ ਆਪਣੀ ਜਗ੍ਹਾ 'ਤੇ ਇੱਕ ਵੱਖਰਾ ਮੁਕਾਮ ਹੈ, ਇੱਕ ਵੱਖਰਾ ਮਹੱਤਵ ਹੈ। ਪਰ ਜੇਕਰ ਸਾਨੂੰ ਆਪਣੇ ਇਤਿਹਾਸ ਦਾ ਪਤਾ ਨਾ ਹੋਵੇ ਨਾ,
ਤਾਂ ਫਿਰ ਦੂਸਰੇ ਸੰਕਲਪਾਂ ਦੇ ਨਾਲ ਜੁੜਨਾ ਵੀ ਔਖਾ ਹੋ ਜਾਂਦਾ। ਮੂਲ ਚੀਜ਼ ਹੁੰਦੀ ਹੈ ਕਿ ਸਾਨੂੰ ਆਪਣੇ ਇਤਿਹਾਸ ਦਾ ਪਤਾ ਹੋਵੇ। ਜੇਕਰ ਸਾਡੇ ਕੋਲ ਸਾਨੂੰ ਇਤਿਹਾਸ ਦੀ ਜਾਣਕਾਰੀ ਨਹੀਂ, ਤਾਂ ਫਿਰ ਅਸੀਂ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਤੋਂ ਜਾਂ ਆਪਣੀ ਧਰਮ ਦੀ ਵਿਚਾਰਧਾਰਾ ਤੋਂ ਵਾਂਝੇ ਹੁੰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਦੀਆਂ ਕੁਝ ਘਟਨਾਵਾਂ ਤੋਂ ਸ਼ੁਰੂਆਤ ਕਰਦੇ ਹਾਂ। ਜਨਮ ਆਪ ਜੀ ਸਾਰੇ ਜਾਣਦੇ ਹੋ, ਵਿਸਾਖ ਦੇ ਮਹੀਨੇ ਦੇ ਵਿੱਚ ਹੋਇਆ। ਇੱਕ ਕੁਦਰਤਨ ਸਾਰੇ ਪਰਿਵਾਰਾਂ ਦੇ ਵਿੱਚ ਅਸੀਂ ਵੇਖਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਬੜਾ ਸਪਸ਼ਟ ਕੀਤਾ ਹੈ, ਜੈਸੇ ਏਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਦਕ ਪਿਆਰੋ ਸੁਤ ਗੋਦ ਕੋ। ਬੇਸ਼ੱਕ ਮਾਂ ਦੇ ਵਾਸਤੇ ਸਾਰੇ ਹੀ ਬੱਚੇ ਬਰਾਬਰ ਹੁੰਦੇ ਨੇ, ਪਰ ਕੁਦਰਤਨ ਜਿਹੜਾ ਸਭ ਤੋਂ ਛੋਟਾ ਹੁੰਦਾ ਉਸ ਨੂੰ ਗੋਦ ਦੇ ਵਿੱਚ ਲਾਡ ਪਿਆਰ ਜ਼ਿਆਦਾ ਮਿਲਦਾ। ਪਰ ਇੱਥੇ ਥੋੜ੍ਹੀ ਖੇਡ ਵੱਖਰੀ ਹੈ। ਇੱਥੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕਰਦੇ ਨੇ, ਪਿਤਾ ਗੁਰੂ ਨੂੰ, ਕਿ ਤੁਹਾਡੇ ਬਾਕੀ ਪੁੱਤਰ ਵੀ ਅਣੀ ਰਾਏ ਜੀ, ਅਟਲ ਰਾਏ ਜੀ, ਗੁਰਦਿੱਤਾ ਜੀ, ਸੂਰਜਮਲ ਜੀ, ਉਹ ਸਾਰੇ ਆਪੋ ਆਪਣੇ ਕਾਰਜਾਂ 'ਚ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਪਰ ਤੁਸੀਂ ਜ਼ਿਆਦਾ ਪਿਆਰ ਛੋਟੇ ਨੂੰ ਕਰਦੇ ਹੋ। ਇਤਿਹਾਸਕ ਸਰੋਤਾ ਚਾਹੁੰਦਾ ਇਹ ਵੇਖੋ, ਇੱਥੇ ਗੱਲ ਬਿਲਕੁਲ ਉਲਟ ਹੋ ਗਈ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਜੈਸੇ ਏਕ ਜਨਨੀ ਕੇ ਹੋਤ ਅਨੇਕ ਸੁਤ, ਸਭ ਹੀ ਤੇ ਅਦਕ ਪਿਆਰੋ ਸੁਤ ਗੋਦ ਕੋ। ਕਿ ਮਾਂ ਦੇ 2 3 4 ਪੁੱਤ ਹੋਣ, ਪਿਆਰ ਬਰਾਬਰ ਕਰਦੀ ਹੈ, ਪਰ ਸਭ ਤੋਂ ਛੋਟੇ ਨੂੰ ਗੋਦ ਦਾ ਨਿੱਘ ਜ਼ਿਆਦਾ ਮਿਲਦਾ। ਇੱਥੇ ਮਾਤਾ ਜੀ ਸਵਾਲ ਕਰ ਰਹੇ ਨੇ ਕਿ ਤੁਹਾਡੇ ਵੱਡੇ ਪੁੱਤਰ ਵੀ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਪਰ ਮੈਨੂੰ ਇੰਜ ਲੱਗਦਾ ਤੁਸੀਂ ਇਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਹੋ। ਤੇ ਗੁਰੂ ਸਾਹਿਬ ਦਾ ਜਵਾਬ ਬੜਾ ਪਿਆਰਾ ਹੈ, ਕਹਿੰਦੇ, ਇਸਕੇ ਗ੍ਰਹਿ ਹੋਤ ਬਲਵੰਡ, ਤੇਗ ਪ੍ਰਚੰਡ ਅਖੰਡ ਤੁਰੰਗ। ਮੈਂ ਇਹਦੇ ਨਾਲ ਇਸ ਕਰਕੇ ਪਿਆਰ ਕਰਦਾ ਹਾਂ, ਪਹਿਲੀ ਗੱਲ, ਅਜ਼ਰ ਜਰ ਧੀਰ ਧੁਰ ਅੰਦਰ। ਇਸ ਧੁਰ ਅੰਦਰ ਤੱਕ, ਹਿਰਦੇ ਤੱਕ, ਧੀਰ ਧੁਰ ਅੰਦਰ, ਅਜ਼ਰ ਜਰ, ਇਹ ਉਹ ਕੁਛ ਬਰਦਾਸ਼ਤ ਕਰੇਗਾ ਜਿਹੜਾ ਦੁਨੀਆ ਦੇ ਵਿੱਚ ਕਿਸੇ ਨੇ ਬਰਦਾਸ਼ਤ ਨਹੀਂ ਕੀਤਾ। ਇਹ ਗੁਰੂ ਸਾਹਿਬ ਦਾ ਜਵਾਬ ਹੈ। ਅਜ਼ਰ ਜ਼ਰ, ਅਜ਼ਰ ਜਿਹੜਾ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ, ਜੋ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ, ਇਹ ਮੇਰਾ ਪੁੱਤਰ ਉਸ ਨੂੰ ਵੀ ਬਰਦਾਸ਼ਤ ਕਰੇਗਾ। ਧੀਰ ਧੁਰ ਅੰਦਰ, ਕਿਉਂਕਿ ਇਹ ਧੁਰ ਅੰਦਰ ਤੱਕ ਧੀਰਜ ਦੇ ਨਾਲ ਭਰਿਆ ਹੋਇਆ। ਫਿਰ ਅਗਲੀ ਗੱਲ, ਇਸਕੇ ਸੁੱਧ ਹੋਤ ਬਲਵੰਡ, ਪਰ ਇਹਦੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਤੇਗ ਦਾ ਧਨੀ ਹੋਵੇਗਾ। ਸੋ ਦੋ ਗੱਲਾਂ, ਦੋ ਸ਼ਖਸੀਅਤਾਂ ਦੇ ਵਿੱਚ ਸਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ। ਇੱਕ ਤੇ ਰੂਹਾਨੀਅਤ, ਕਿ ਰੂਹਾਨੀਅਤ ਤੇ ਆਤਮਿਕ ਅਵਸਥਾ ਇੰਨੀ ਉੱਚੀ ਹੋਵੇਗੀ ਕਿ ਜੋ ਅਜ਼ਰ ਜ਼ਰ ਹੈ, ਇਹ ਧੀਰ ਧੁਰ ਅੰਦਰ ਹੈ। ਇਹਦੇ ਅੰਦਰ ਇੰਨਾ ਸੰਜਮ, ਇੰਨਾ ਸਿਦਕ, ਇੰਨੀ ਜ਼ਿਆਦਾ ਸਿਰੜ ਤੇ ਇੰਨੀ ਜ਼ਿਆਦਾ ਬਲਵਾਨਤਾ ਤੇ ਨਿਰਭੈਤਾ ਹੋਵੇਗੀ ਕਿ ਉਹ ਬਰਦਾਸ਼ਤ ਕਰੇਗਾ ਜੋ ਕਿ ਹੋਰ ਕੋਈ ਕਰ ਨਹੀਂ ਸਕਦਾ। ਪਰ ਜਿਹੜਾ ਇਹਦਾ ਪੁੱਤਰ ਹੋਵੇਗਾ, ਉਹਦੀ ਤੇਗ ਦੇ ਅੱਗੇ ਕੋਈ ਖੜ ਵੀ ਨਹੀਂ ਸਕਦਾ। ਆਜ਼ੂ ਥੋੜ੍ਹੀ ਜਿਹੀ ਵੱਡੀ ਹੋਈ, ਕੋਈ 4 ਸਾਲ ਤੋਂ ਉੱਪਰ। ਵੱਡੇ ਭਰਾ ਦਾ ਵਿਆਹ ਸੀ ਬਾਬਾ ਗੁਰਦਿੱਤਾ ਜੀ ਦਾ। ਇਹ ਮੈਂ ਛੋਟੀਆਂ ਛੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਪਰ ਇਹਨਾਂ ਗੱਲਾਂ ਵਿੱਚ ਸਿੱਖਿਆ ਬਹੁਤ ਵੱਡੀ ਹੈ। ਮਹਿਜ਼ ਕਿਤਾਬ ਦੇ ਵਿੱਚ ਸਾਖੀ ਦੇ ਰੂਪ 'ਚ ਪੜ੍ਹਾਂਗੇ ਤਾਂ ਬੜੀ ਛੋਟੀ ਜਿਹੀ ਗੱਲ ਹੈ, ਪਰ ਇਹਦੇ ਪਿੱਛੇ ਜਿਹੜੀ ਸਿੱਖਿਆ ਪਈ ਹੈ ਬਹੁਤ ਵੱਡੀ ਪਈ ਹੈ। ਵੱਡੇ ਭਰਾ ਦਾ ਵਿਆਹ ਬਾਬਾ ਗੁਰਦਿੱਤਾ ਜੀ ਦਾ। ਸਾਰੀ ਬਰਾਤ ਤਿਆਰ ਹੋ ਰਹੀ ਹੈ। ਬਰਾਤ ਨੇ ਬਟਾਲੇ ਵਿਆਹੁਣ ਵਾਸਤੇ ਜਾਣਾ ਸੀ, ਜਿੱਥੇ ਗੁਰੂ ਨਾਨਕ ਸਾਹਿਬ ਬਟਾਲੇ ਸ਼ਹਿਰ ਦੇ ਵਿੱਚ ਵਿਆਹੇ ਹੋਏ ਨੇ, ਉੱਥੇ ਬਾਬਾ ਗੁਰਦਿੱਤਾ ਜੀ ਵਿਆਹੇ ਹੋਏ। ਸਾਰੀ ਬਰਾਤ ਤਿਆਰ ਹੋ ਰਹੀ ਹੈ ਤੇ ਕੁਦਰਤਨ ਘਰ ਦੇ ਵਿੱਚ ਸਭ ਤੋਂ ਛੋਟੇ ਬੱਚੇ ਨੇ ਬਾਲ ਗੁਰੂ ਤੇਗ ਬਹਾਦਰ ਸਾਹਿਬ, ਤੇ ਉਹਨਾਂ ਨੂੰ ਬੜੀ ਕੀਮਤੀ ਪੋਸ਼ਾਕ ਤਿਆਰ ਕਰਵਾਈ ਜਾਂਦੀ ਹੈ, ਕੰਗਣ ਪਹਿਨਾਏ ਜਾਂਦੇ ਨੇ ਜੋ ਉਹਨਾਂ ਸਮਿਆਂ ਦੇ ਵਿੱਚ ਰਿਵਾਜ ਸੀ। ਬੜੇ ਸੁੰਦਰ ਬਸਤਰ ਉਹਨਾਂ ਨੂੰ ਪਹਿਨਾ ਦਿੱਤੇ ਜਾਂਦੇ ਨੇ। ਬਰਾਤ ਅਜੇ ਤਿਆਰ ਹੋ ਰਹੀ ਹੈ ਤੇ ਬਾਲ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਖੇਡਣ ਚਲੇ ਜਾਂਦੇ ਨੇ। ਬਾਹਰ ਬੱਚੇ ਖੇਡ ਰਹੇ ਨੇ, ਇਹ ਵੀ ਖੇਡਣਾ ਸ਼ੁਰੂ ਕਰ ਦਿੰਦੇ ਨੇ। ਇਹ ਆਪ ਬੱਚਿਆਂ ਦੇ ਵਿੱਚ ਖੇਡ ਰਹੇ ਨੇ ਤੇ ਇੱਕ ਬੱਚਾ ਰੋ ਰਿਹਾ ਹੈ। ਇਹ ਦਸੰਬਰ ਮਹੀਨੇ ਦੀ ਗੱਲ ਹੈ, ਪੋਹ ਦਾ ਮਹੀਨਾ। ਬੱਚੇ ਖੇਡ ਰਹੇ ਨੇ, ਇੱਕ ਬੱਚਾ ਰੋ ਰਿਹਾ ਹੈ। ਇਹ ਖੇਡਦੇ ਬੱਚਿਆਂ ਦੇ ਵਿੱਚੋਂ ਜਾ ਕੇ ਉਸ ਦੇ ਕੋਲ ਖੜੇ ਹੋ ਜਾਂਦੇ ਨੇ, ਕਹਿੰਦੇ ਤੂੰ ਰੋ ਕਿਉਂ ਰਿਹਾ?
ਕਹਿੰਦਾ ਮੇਰਾ ਖੇਡਣ ਨੂੰ ਦਿਲ ਕਰਦਾ ਹੈ, ਪਰ ਕਹਿੰਦੇ ਰੋਂਦਾ ਕਿਉਂ ਹੈ? ਕਹਿੰਦਾ ਰੋਂਦਾ ਇਸ ਕਰਕੇ ਕਿ ਅਸੀਂ ਗਰੀਬ ਬਹੁਤ ਹਾਂ, ਮੇਰੇ ਤਨ ਤੇ ਕੱਪੜਾ ਕੋਈ ਨਹੀਂ, ਮੈਨੂੰ ਠੰਡ ਬੜੀ ਲੱਗਦੀ। ਆਪਣਾ ਕੀਮਤੀ ਪੋਸ਼ਾਕ ਉਤਾਰ ਕੇ ਉਸ ਨੂੰ ਦੇ ਦਿੰਦੇ ਉਸ ਵੇਲੇ, ਤੇ ਆਪ ਬੱਚਿਆਂ ਦੇ ਨਾਲ ਖੇਡ ਕੇ ਬਿਨਾਂ ਬਸਤਰਾਂ ਤੋਂ ਜਦੋਂ ਘਰ ਆਉਂਦੇ ਨੇ ਤੇ ਉਧਰ ਬਰਾਤ ਜਾਣ ਦੇ ਵਾਸਤੇ ਤਿਆਰ ਖੜੀ ਹੈ, ਤੇ ਕੁਦਰਤਨ ਮਾਤਾ ਜੀ, ਮਾਤਾ ਨਾਨਕੀ ਜੀ ਗੁੱਸੇ 'ਚ ਆ ਜਾਂਦੇ ਨੇ। ਹਰ ਮਾਂ ਆ ਸਕਦੀ ਹੈ ਗੁੱਸੇ ਦੇ ਵਿੱਚ। ਉਹ ਗੁੱਸੇ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਿਕਾਇਤ ਲਾਉਂਦੇ ਨੇ, ਕਹਿੰਦੇ ਵੇਖ ਲਿਆ ਆਪਣਾ ਪੁੱਤਰ, ਤੁਹਾਡੇ ਪਿਆਰ ਨੇ ਕਿੰਨਾ ਵਿਗਾੜ ਦਿੱਤਾ ਹੈ। ਮੈਂ ਤਿਆਰ ਕਰਕੇ ਸੋਹਣਾ ਲਿਬਾਸ ਪਹਿਨਾ ਕੇ ਇਸ ਨੂੰ ਬਰਾਤ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਕੀਤਾ ਸੀ, ਤੇ ਇਹ ਖੇਡਦਾ ਖੇਡਦਾ ਆਪਣਾ ਲਿਬਾਸ ਕਿਸੇ ਨੂੰ ਦੇ ਕੇ ਆ ਗਿਆ। ਤੁਹਾਡੇ ਪਿਆਰ ਨੇ, ਤੁਹਾਡੇ ਲਾਡ ਨੇ, ਤੁਹਾਡੀ ਗੋਦ ਨੇ ਇਸ ਨੂੰ ਬਹੁਤ ਵਿਗਾੜ ਦਿੱਤਾ ਹੈ। ਮਾਤਾ ਜੀ ਆਏ ਥੋੜੇ ਤਲਖੀ 'ਚ, ਥੋੜੇ ਗੁੱਸੇ ਦੇ ਵਿੱਚ, ਪਰ ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਜਿਹੜੇ ਗੁਰੂ ਪਾਤਸ਼ਾਹ ਨੇ ਜਿਹੜੇ ਸ਼ਬਦ ਕਹੇ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰਿਓ ਕਿ ਉਹ ਕੀ ਵੇਖ ਰਹੇ ਨੇ। ਆਮ ਦੁਨਿਆਵੀ ਨਜ਼ਰਾਂ ਦੇ ਵਿੱਚ ਤਾਂ ਇਹੀ ਵੇਖਿਆ ਗਿਆ ਕਿ ਬੱਚਾ ਵਿਆਹ ਵਾਸਤੇ ਕੱਪੜੇ ਪਾਉਣ ਵਾਸਤੇ ਖੇਡਣ ਗਿਆ ਤੇ ਉਹ ਕੱਪੜੇ ਦੇ ਕੇ ਘਰ ਵਾਪਸ ਆ ਗਿਆ। ਅਸੀਂ ਸਿਰਫ ਇਹਦੇ ਤੋਂ ਇੰਨਾ ਕੁ ਅੰਦਾਜ਼ਾ ਲਗਾ ਸਕਦੇ ਹਾਂ ਕਿ ਸੁਭਾਅ ਦਾਨੀ ਹੈ। ਆਮ ਹਾਲਾਤ ਦੇ ਵਿੱਚ ਇੰਨਾ ਕੁ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਭਾਅ ਦਾਨੀ ਹੈ, ਪਰ ਪਾਤਸ਼ਾਹ ਕੀ ਵੇਖ ਰਹੇ ਨੇ? ਮਾਤਾ ਜੀ ਕਹਿੰਦੇ ਨੇ ਤੁਸੀਂ ਬੱਚਾ ਵਿਗਾੜ ਦਿੱਤਾ ਹੈ, ਤੇ ਕਹਿੰਦੇ ਵਿਗਾੜਿਆ ਨਹੀਂ, ਇੱਕ ਦਿਨ ਵੇਖੀ, ਅੱਜ ਜੇ ਕਿਸੇ ਦੇ ਸਵਾਸਾਂ ਨੂੰ ਬਚਾਉਣ ਦੇ ਵਾਸਤੇ ਆਪਣਾ ਲਿਬਾਸ ਦੇ ਕੇ ਆਇਆ ਹੈ ਨਾ, ਤੇ ਕੱਲ੍ਹ ਨੂੰ ਕਿਸੇ ਦੇ ਲਿਬਾਸ ਤੇ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਦੇ ਵਾਸਤੇ ਆਪਣੇ ਸਵਾਸ ਵੀ ਦੇ ਦੇਵੇਗਾ। ਗੁਰੂ ਸਾਹਿਬ ਕੀ ਵੇਖ ਰਹੇ ਨੇ? ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਕਿ ਅੱਜ ਕਿਸੇ ਦੇ ਸਵਾਸ ਨੂੰ ਬਚਾਉਣ ਲਈ ਆਪਣਾ ਲਿਬਾਸ ਦੇ ਕੇ ਆਇਆ ਹੈ, ਕੱਲ੍ਹ ਨੂੰ ਕਿਸੇ ਦੇ ਲਿਬਾਸ ਤੇ ਵਿਸ਼ਵਾਸ ਦੇ ਵਾਸਤੇ ਆਪਣੇ ਸਵਾਸ ਵੀ ਦੇ ਸਕਦਾ ਹੈ। ਐਸੀ ਰਹਿਮਤ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਪਨ ਦੇ ਵਿੱਚ ਹੀ, ਜੋ ਉਹਨਾਂ ਦੇ ਗੁਰੂ ਪਿਤਾ ਸਮਝਾ ਦਿੰਦੇ ਨੇ। ਵੱਡੇ ਹੋਏ ਥੋੜ੍ਹੇ ਜਿਹੇ, ਤਕਰੀਬਨ 13.5-14 ਸਾਲ ਦੀ ਉਮਰ, ਆਨੰਦ ਕਾਰਜ ਵੀ ਉਸ ਪਰਿਵਾਰ ਦੇ ਵਿੱਚ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ। ਮਾਤਾ ਗੁਜਰੀ ਜੀ, ਉਹਨਾਂ ਦੇ ਪਿਤਾ ਲਾਲ ਚੰਦ ਜੀ, ਤੇ ਉਹਨਾਂ ਦੀ ਮਾਤਾ ਬਿਸ਼ਨ ਕੌਰ, ਇਹ ਸਾਰੇ ਗੁਰੂ ਘਰ ਦੇ ਸ਼ਰਧਾਲੂ ਸੀ। ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ, ਪਰ ਹੁਣ ਪਰਿਵਾਰ ਦਾ ਜਿਹੜਾ ਸੰਬੰਧ ਹੈ ਉਹ ਰਿਸ਼ਤੇਦਾਰੀ 'ਚ ਬਦਲ ਗਿਆ। ਹੁਣ ਗੁਰੂ ਤੇ ਸਿੱਖ ਦਾ ਤਾਂ ਹੈ ਹੀ ਹੈ, ਨਾਲ ਰਿਸ਼ਤੇਦਾਰੀ ਵੀ ਬਣ ਗਈ। ਮੈਂ ਇੱਕ ਬੇਨਤੀ, ਆਪਾਂ ਕੁਝ ਛੋਟੀਆਂ ਗੱਲਾਂ ਇਤਿਹਾਸ ਦੀਆਂ ਸਾਫ਼ ਕਰਦੇ ਚੱਲੀਏ। ਜਿਹੜੇ ਸਾਡੇ ਪੁਰਾਣੇ ਇਤਿਹਾਸ ਦੇ ਸਰੋਤ ਸੀ, ਉਹਨਾਂ ਦੇ ਵਿੱਚ ਤਕਰੀਬਨ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਹੀ ਆਉਂਦਾ ਸੀ, ਤੇ ਅਸੀਂ ਗੁਜਰੀ ਜੀ ਹੀ ਕਹਿੰਦੇ ਸੀ, ਤੇ ਉਹੀ ਸਾਡੀਆਂ ਰਚਨਾਵਾਂ ਦੇ ਵਿੱਚ ਹੁੰਦਾ ਸੀ। ਹੁਣ ਅਸੀਂ ਤਕਰੀਬਨ ਬਹੁਤ ਥਾਵਾਂ ਦੇ ਉੱਪਰ ਮਾਤਾ ਗੁਜਰ ਕੌਰ ਜੀ ਵੀ ਲਿਖਦੇ ਹਾਂ, ਬੋਲਦੇ ਵੀ ਹਾਂ, ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ। ਕਈ ਵਾਰ ਕੁਝ ਵੀਰ ਸ਼ੰਕਾ ਵੀ ਖੜਾ ਕਰਦੇ ਨੇ ਕਿ ਪਹਿਲਾਂ ਤਾਂ ਅਸੀਂ ਕੌਰ ਸ਼ਬਦ ਨਹੀਂ ਸੀ ਸੁਣਿਆ, ਹੁਣ ਕੌਰ ਸ਼ਬਦ ਦੀ ਵਰਤੋਂ ਕਿਉਂ? ਵੇਖੋ, ਮਾਤਾ ਗੁਜਰੀ ਜੀ ਦੇ ਮਾਤਾ ਜੀ ਦਾ ਨਾਮ ਵੀ ਬਿਸ਼ਨ ਕੌਰ ਹੈ। ਬਿਸ਼ਨ ਕੌਰ। ਉਸ ਤੋਂ ਪਹਿਲਾਂ ਹੋਰ ਵੀ ਗੁਰੂ ਘਰ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਐਸੀਆਂ ਬੀਬੀਆਂ, ਸ਼ਖਸੀਅਤਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਕੌਰ ਲੱਗਦਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਇਹ ਕੀਤੀ ਕਿ ਇਹ ਜਿਹੜੀ ਕੌਰ ਸ਼ਬਦ ਦੀ ਵਰਤੋਂ ਹੈ, ਇਹ ਕੇਵਲ ਤੇ ਕੇਵਲ ਉੱਚ ਜਾਤੀ ਦੇ ਰਾਜਪੂਤ ਘਰਾਣਿਆਂ ਦੀਆਂ ਬੇਟੀਆਂ ਆਪਣੇ ਨਾਮ ਦੇ ਪਿੱਛੇ ਕਰ ਸਕਦੀਆਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਇਹ ਕਰ ਦਿੱਤੀ ਕਿ ਜਿਨਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹੋ। ਕੌਰ ਔਰ ਸਿੰਘ ਸ਼ਬਦ ਦੀ ਵਰਤੋਂ ਪਹਿਲਾਂ ਵੀ ਹੁੰਦੀ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਬੰਗਲੇ 'ਚ ਠਹਿਰਦੇ ਨੇ, ਰਾਜਾ ਜੈ ਸਿੰਘ ਦਾ ਬੰਗਲਾ ਹੈ। ਰਾਜਾ ਅਮਰ ਸਿੰਘ, ਰਾਜਾ ਮਾਨ ਸਿੰਘ, ਰਾਜਾ ਉਦੇ ਸਿੰਘ, ਇਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਹੋ ਚੁੱਕੇ ਨੇ। ਇਸੇ ਤਰ੍ਹਾਂ ਰਾਜ ਕੰਵਰ, ਰਾਜ ਕੌਰ, ਜੈ ਕੌਰ, ਬੀਬੀ ਰੂਪ ਕੌਰ, ਬੀਬੀ ਬਿਸ਼ਨ ਕੌਰ,
ਸਾਰੇ ਜਿੰਨੇ ਰਾਜਪੂਤ ਉੱਚ ਜਾਤੀ ਰਾਜਪੂਤ ਘਰਾਣੇ ਸੀਗੇ ਉਹਨਾਂ ਦੇ ਬੱਚੇ ਔਰ ਬੱਚੀਆਂ ਦੇ ਪਿੱਛੇ ਸਿੰਘ ਔਰ ਕੌਰ ਸ਼ਬਦ ਦੀ ਵਰਤੋਂ ਹੁੰਦੀ ਸੀ। ਗੁਰੂ ਪਾਤਸ਼ਾਹ ਨੇ ਸਾਡੇ ਤੇ ਇਹ ਬਖਸ਼ਿਸ਼ ਕਰ ਦਿੱਤੀ ਕਿ ਜਾਤ ਪਾਤ ਦਾ ਭਿੰਨ ਭੇਦ ਹੀ ਮਿਟਾ ਦਿੱਤਾ। ਹਰ ਬੱਚੀ ਨੂੰ ਕਹਿ ਦਿੱਤਾ ਤੂੰ ਰਾਜਕੁਮਾਰੀ ਹੈ, ਤੇ ਹਰ ਨੌਜਵਾਨ ਨੂੰ ਕਹਿ ਦਿੱਤਾ ਕਿ ਤੂੰ ਰਾਜਕੁਮਾਰ ਹੈ, ਤੂੰ ਸਿੰਘ ਹੈ, ਤੂੰ ਕੌਰ ਹੈ। ਸੋ ਇਹ ਰਿਸ਼ਤਾ ਜਿਹੜਾ ਸੀ ਇਹ ਤੈਅ ਹੋ ਗਿਆ। ਜਦੋਂ ਵਿਆਹ ਹੋਣ ਲੱਗਾ ਤਾਂ ਇੱਕ ਪਾਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਉਹਨਾਂ ਦੇ ਪਿਤਾ ਜੀ ਔਰ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਖੜੇ ਨੇ। ਦੂਸਰੇ ਪਾਸੇ ਮਾਤਾ ਗੁਜਰੀ ਜੀ ਤੇ ਮਾਤਾ ਜੀ ਬਿਸ਼ਨ ਕੌਰ ਤੇ ਪਿਤਾ ਜੀ ਲਾਲ ਚੰਦ ਖੜੇ ਨੇ। ਹੁਣ ਲਾਲ ਚੰਦ ਦੇ ਵਾਸਤੇ ਇਹ ਬੜਾ ਸੁਭਾਗਾ ਦਿਨ ਹੈ ਕਿ ਬੇਟੀ ਦਾ ਰਿਸ਼ਤਾ ਹੋਣ ਲੱਗਾ ਹੈ, ਵਿਆਹ ਹੋਣ ਲੱਗਾ ਹੈ, ਤੇ ਹੁਣ ਵੀ ਗੁਰੂ ਘਰ ਦੇ ਵਿੱਚ ਲੱਗਾ ਹੈ। ਕਿੱਥੇ ਮੈਂ ਗੁਰੂ ਘਰ ਦਾ ਇੱਕ ਸਿੱਖ, ਕਿੱਥੇ ਮੇਰਾ ਹੁਣ ਰਿਸ਼ਤਾ ਗੁਰੂ ਦੇ ਨਾਲ ਜੁੜਨ ਲੱਗਾ ਹੈ। ਪਰ ਉਹਦੇ 'ਚ ਨਿਰਮਾਣਤਾ ਬਹੁਤ ਹੈ, ਬਹੁਤ ਜ਼ਿਆਦਾ ਪਿਆਰ, ਬਹੁਤ ਗੁਰੂ ਦਾ ਸਤਿਕਾਰ। ਉਹ ਗੁਰੂ ਸਾਹਿਬ ਦੇ ਜਾਂਦੇ ਚਰਨੀ ਹੱਥ ਲਾ ਦਿੰਦਾ ਹੈ, ਤੇ ਚਰਨੀ ਹੱਥ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਲਾਲ ਚੰਦ ਪਤਾ ਕੀ ਕਹਿੰਦਾ ਹੈ, ਪਾਤਸ਼ਾਹ ਤੁਸੀਂ ਗੁਰੂ, ਤੁਸੀਂ ਮੇਰਾਂ ਦੇ ਦਾਤੇ, ਮੇਰੀ ਤੁਹਾਡੇ ਸਾਹਮਣੇ ਕੋਈ ਔਕਾਤ ਨਹੀਂ, ਪਰ ਮੇਰੇ ਘਰ ਦੇ ਵਿੱਚ ਮੇਰੀ ਧੀ ਤੋਂ ਬਿਨਾਂ ਹੋਰ ਕੁਝ ਹੈ ਵੀ ਨਹੀਂ। ਮੈਂ ਕੁਝ ਵੀ ਆਪਣੀ ਧੀ ਨੂੰ ਦੇਣ ਜੋਗਾ ਨਹੀਂ, ਮੇਰੇ ਕੋਲ ਕੇਵਲ ਇੱਕ ਧੀ ਹੈ। ਤੇ ਪਾਤਸ਼ਾਹ ਗੱਲ ਨਾਲ ਲਗਾਉਂਦੇ ਨੇ ਉਸ ਨੂੰ, ਜਿਹੜੇ ਸ਼ਬਦ ਕਹਿੰਦੇ ਨੇ ਗੁਰੂ ਕਿਰਪਾ ਕਰੇ ਕਿਤੇ ਉਹਨਾਂ ਸ਼ਬਦਾਂ ਦੇ ਅਰਥ ਅਸੀਂ ਸਮਝਣ ਦਾ ਯਤਨ ਕਰੀਏ ਤੇ ਸਾਡੇ ਸਮਾਜ ਦੇ ਵਿੱਚੋਂ ਦਾਜ ਵਰਗੀਆਂ ਲਾਹਨਤਾਂ ਖਤਮ ਹੋ ਜਾਣ। ਗੁਰੂ ਹਰਗੋਬਿੰਦ ਸਾਹਿਬ ਭਾਈ ਲਾਲ ਚੰਦ ਨੂੰ ਗੱਲ ਨਾਲ ਲਾਉਂਦੇ ਨੇ, ਤੇ ਜਿਹੜੇ ਸ਼ਬਦ ਕਹਿੰਦੇ ਨੇ ਸਾਡੇ ਪ੍ਰਾਤਨ ਸਰੋਤਾਂ ਦੇ ਵਿੱਚ ਦਰਜ ਨੇ, ਰਿਦੇ ਅੰਗ, ਰਿਦੇ ਹਿਰਦਾ, ਅੰਗ ਹਿਰਦੇ ਦਾ ਟੁਕੜਾ, ਰਿਦੇ ਅੰਗ ਤਨੂਜਾ ਬੇਟੀ, ਰਿਦੇ ਅੰਗ ਤਨੂਜਾ ਦੇਨੀ ਲਾਲ ਚੰਦ, ਆਪਣੇ ਹਿਰਦੇ ਦਾ ਅੰਗ ਕੱਟ ਕੇ ਤੇ ਤੂੰ ਮੇਰੀ ਝੋਲੀ 'ਚ ਪਾ ਦਿੱਤਾ। ਪਾਸ਼ੇ ਵਸਤ ਤੈ ਕਿਆ ਰੱਖ ਲੀਨੀ, ਹੁਣ ਇਹਦੇ ਤੋਂ ਕੀਮਤੀ ਚੀਜ਼ ਤੇਰੇ ਘਰ ਦੇ ਵਿੱਚ ਰਹਿ ਵੀ ਕਿਹੜੀ ਗਈ। ਇਸ ਤੋਂ ਕੀਮਤੀ ਚੀਜ਼ ਹੋ ਵੀ ਕੀ ਸਕਦੀ ਹੈ। ਆਪਣੀ ਬੇਟੀ ਜਿਸ ਨੇ ਝੋਲੀ ਦੇ ਵਿੱਚ ਪਾ ਦਿੱਤੀ, ਜਿਸ ਨੇ ਬੇਟੀ ਦੇ ਦਿੱਤੀ, ਉਸ ਤੋਂ ਵੱਧ ਕੀਮਤੀ ਚੀਜ਼ ਕਿਹੜੀ ਹੋ ਸਕਦੀ ਹੈ। ਰਿਦੇ ਅੰਗ ਤਨੂਜਾ ਦੀਨੀ ਪਾਸ਼ੇ ਵਸਤ ਤੈ ਕਿਆ ਰੱਖ ਲੀਨੀ। ਆਨੰਦ ਕਾਰਜ ਹੋ ਜਾਂਦਾ ਹੈ। ਅਜੇ ਆਨੰਦ ਕਾਰਜ ਨੂੰ ਤਕਰੀਬਨ 6 ਮਹੀਨੇ ਨਹੀਂ ਹੋਏ ਤੇ ਕਰਤਾਰਪੁਰ ਸਾਹਿਬ ਦੇ ਉੱਪਰ ਕਾਲੇ ਖਾਨ, ਪੈਂਦੇ ਖਾਨ ਤੇ ਮੁਖਲਿਸ ਖਾਨ ਹਮਲਾ ਕਰ ਦਿੰਦੇ ਨੇ। ਜੰਗ ਹੁੰਦੀ ਹੈ। ਗੁਰੂ ਸਾਹਿਬ ਦੀ ਉਮਰ 14 ਸਾਲ ਹੈ ਉਸ ਵੇਲੇ। ਇਤਿਹਾਸ ਦੇ ਵਿੱਚ ਮੈਂ ਥੋੜਾ ਜਿਹਾ ਇੱਕ ਲੜੀ ਨੂੰ ਜੋੜਨ ਦਾ ਯਤਨ ਕਰਾਂ ਸਮਝਣ ਦੇ ਵਾਸਤੇ। ਚਮਕੌਰ ਦੀ ਜੰਗ ਦੇ ਵਿੱਚ ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜਦੋਂ ਮੈਦਾਨੇ ਜੰਗ 'ਚ ਜਾਣਾ ਹੁੰਦਾ ਹੈ ਤੇ ਉਸ ਵੇਲੇ ਦੇ ਵਾਕਿਆ ਦਾ ਜ਼ਿਕਰ ਹਕੀਮ ਮਿਰਜ਼ਾ ਅਲਾਯਾਰ ਖਾਨ ਜੋਗੀ ਆਪਣੀ ਰਚਨਾ 'ਚ ਕਰਦੇ ਨੇ। ਕਹਿੰਦੇ ਨੇ ਜਦੋਂ ਜੁਝਾਰ ਸਿੰਘ ਅੱਗੇ ਆਉਂਦਾ ਨਾ ਆਪਣੇ ਪਿਤਾ ਦੇ ਕੋਲ, ਤੇ ਗੁਰਦੇਵ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਕੁਰਬਾਨ ਪਿਦਰ ਕੋ ਕੋਈ ਇਨਕਾਰ ਨਹੀਂ ਹੈ, ਸਿਨ ਖੇਲ ਕਾ ਹੈ ਰਨ ਕਾ ਸਜ਼ਾਵਾਰ ਨਹੀਂ ਹੈ, ਜੇ ਗੁਲਸਾ ਬਦਨ ਕਾਬਲੇ ਸੁਫਾਰ ਨਹੀਂ ਹੈ। ਕਹਿੰਦੇ ਜੁਝਾਰ ਸਿੰਘ ਮੈਨੂੰ ਇੰਨੀ ਖੁਸ਼ੀ ਹੋਈ ਨਾ ਕਿ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਮੈਨੂੰ ਕਹਿਣਾ ਨਹੀਂ ਪਿਆ ਹੁਣ ਤੇਰੀ ਵਾਰੀ ਹੈ, ਤੂੰ ਆਪਣੇ ਆਪ ਹੀ ਚੱਲ ਕੇ ਆ ਗਿਆ। ਕੁਰਬਾਨ ਕਹਿੰਦੇ ਮੈਂ ਸਦਕੇ ਜਾਣਾ ਤੇਰੇ ਤੋਂ, ਕੁਰਬਾਨ ਜਾਣਾ ਕਿ ਮੈਨੂੰ ਆਵਾਜ਼ ਨਹੀਂ ਮਾਰਨੀ ਪਈ ਕਿ ਜੁਝਾਰ ਸਿੰਘ ਹੁਣ ਤੂੰ ਜਾਣਾ ਜੰਗ ਦੇ ਵਿੱਚ, ਤੂੰ ਆਪਣੇ ਆਪ ਹੀ ਆ ਗਿਆ। ਪਰ ਕਹਿੰਦੇ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜੇ ਗੁਲਸਾ ਬਦਨ ਕਾਬਲੇ ਸੁਫਾਰ ਨਹੀਂ ਹੈ। ਸੁਫਾਰ ਕਿਹਾ ਜਾਂਦਾ ਸਪੀਅਰ ਹੈਡਸ ਫਾਰਸੀ ਦੇ ਵਿੱਚ, ਤੀਰਾਂ ਦੀਆਂ ਨੋਕਾਂ, ਨੇਜਿਆਂ ਦੀਆਂ ਨੋਕਾਂ, ਬਰਸ਼ਿਆਂ ਦੀਆਂ ਨੋਕਾਂ, ਜਿੰਨੀਆਂ ਵੀ ਨੁਕੀਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸੁਫਾਰ ਕਿਹਾ ਜਾਂਦਾ ਹੈ। ਕਹਿੰਦੇ ਜੁਝਾਰ ਸਿੰਘ ਆਪਣੇ ਇਸ ਕੋਮਲ ਸਰੀਰ ਦੇ ਉੱਪਰ ਕਿੰਨਿਆਂ ਕੁ ਤੀਰਾਂ ਦੀਆਂ ਨੋਕਾਂ ਨੂੰ ਬਰਦਾਸ਼ਤ ਕਰੇਗਾ। ਪਰ ਕਹਿੰਦੇ ਹੁਣ ਮੈਂ ਤੈਨੂੰ ਇੱਕ ਸਿੱਖਿਆ ਦੇਣ ਲੱਗਾ, ਜਬ ਤੀਰ ਕਲੇਜੇ ਮੇਂ ਲਗੇ ਤੋ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਨ ਕभी भी न उचरना। फिर अगली गल कहते लो आओ बेटा आओ तुम्हें खूब सजा दें, छोटी सी तेग छोटी सी कलगी सजा दें, लो जाओ बेटा युद्ध में जो जौहर दिखाना, दुश्मन हो खौफ दंग रह जाए जमाना,
ख्वाहिश है तुम्हें तेग चलाते हुए देखें, हम आँख से बर्शी तुम्हें खाते हुए देखें, देते हैं हम खंजर इसे शमशीर समझना। हुण अगली लाइन नूं समझो जिथे मैं तुहानूं गल समझाउणा चाहुंदा। देते हैं हम खंजर इसे शमशीर समझना, नेजे की जगह दादा का तुम तीर समझना, जंग में कभी होना नहीं दलगीर समझना, जितने भी मरे इनसे उन्हें बेपीर समझना। जुझार सिंह मैदाने जंग दे विच हुण तू अपने दादे दे वांग लड़ना है। ये तशबीह इस करके दिती गई कि जिन्नी उम्र दे विच जुझार सिंह 14 साल की उम्र 'च जंग 'च जा रहा है, उस साल की उम्र दे विच दादा मैदाने जंग 'च गया सी गुरु तेग बहादुर साहब। असीं कह दिंदे हां कई वारी त्याग की मूरत, निर्मलता की मूरत, निर्माणता की मूरत, पर वो तेगधारी किवें दे सी? उन्हां दा तलवार चढ़ाउण दा ढंग किन्ना दा सी? उन्हां दी युद्ध नीति किवें सी? असीं दसदे नहीं इतिहास दे विच किसे नूं कि गुरु तेग बहादुर साहब ने 14 साल की आयु दे विच जिहड़ी जंग लड़ी, वो जंग करतारपुर दे विच होई। और उस जंग नूं उस वेले दे एक फारसी दे राइटर ने अखां दे नाल तक्किया। दबस्तानी मज़ाहिबी किताब का लिखारी मोहसिन फानी, वो एक बड़ी प्यारी गल करदा है। कहंदा है कि भाई साधु का हवाला दे के गल करदा है मोहसिन फानी। किताब का नाम है दबस्तानी मज़ाहिब, इंग्लिश के उसकी ट्रांसलेशन है द नानक पंथीस, शायद इंटरनेट पर अवेलेबल भी है, तुसीं वेख सकते हो। वो बड़ी प्यारी गल करदा है। कहंदा अज मैं गुरु नूं पहली बार लड़दा वेख रहा सी, पर जदों मैं गुरु नूं लड़दा वेख्या तो मेरे मन दे विच कई शंके सी, कई शक सी मेरे सामने। क्योंकि जदों काले खान गुरु के सामने आया तो गुरु के कोल मौका सी कि गुरु वार कर सकता सी, पर गुरु ने वार नहीं किया। गुरु के कोल मौका सी, गुरु वार कर सकता सी, गुरु ने वार नहीं किया। मेरे मन दे विच शक पैदा होया, गुरु नूं युद्ध करना नहीं आउंदा। कहंदा क्योंकि गुरु ने कह दिता काले खान मेरे ते वार कर। कहंदा मैं सोचा ये किवें दा योद्धा है कि दुश्मन नूं आप कहना मेरे ते वार कर। काले खान ने वार किया, कहंदा गुरु ने रोक लिया। कहंदा हुण मैं सोचा कि शायद ये उहदी वार दे ढंग नूं रोकण दा जां उहनूं समझण दा यतन होवेगा, हुण दूजा वार तां करनगे। कहंदा मैं हैरान रह गया, दूजा वार भी नहीं कीता। उन्होंने फिर कहते हैं काले खान जे तेरा एक वार अजाई चला गया, वेस्ट चला गया, चल एक वार होर कर ला। कहता मैं सोचा युद्ध नीति तो नहीं आती, राजनीति भी नहीं आती। राजनीति तो कभी दुश्मन को दूजा मौका दिता ही नहीं जाता। कहता चलो दूजा वार उसने किया, रोक लिया। कहता मैं सोचा हुण तां गुस्से च आउणगे ना। कहता हैरान होया, अजे भी मुस्कुरा के कह रहे हैं काले खान तेरे मन दे विच कोई सदर ना रह जाए, चल एक बार होर करना। कहता जदों उसने 3 वार किए ना, तो फिर कहता चौथा वार जदों पातशाह ने किया है ना, तो अपनी जुबान दे विचों एक शब्द किया, जदन ई नेस्त बल्लो जदन ई अस्त। पुत्रा वार इंज नहीं, वार इंज करीदा। कहता 2 हिस्से करके जमीन ते सुट दिता। कहता उदण मैनूं महसूस होया कि मेरा शंका निर्मूल सी। गुरु मैदाने जंग दे विच भी किसी दे नाल वैर भाव नहीं रख लिया, वो तो मैदाने जंग दे विच भी शस्त्र विद्या के ढंग सिखा रहा। जदन ई नेस्त बल्लो जदन ई अस्त। पुत्रा वार इंज नहीं, वार इंज करीदा। दोपहर का समा हो गया, काले खान मारिया जा चुका सी। पैंदे खान, अमीन खान, मुखलिस खान ये जंग लड़ रहे सी, ते 14 साल की आयु दे विच गुरु तेग बहादुर साहब वो जंग लड़ रहे हैं। माता नानकी जी ने सोचा विआह नूं अजे कुछ महीने होए ने, एक कासद नूं, एक मैसेंजर नूं छोटी जी एक पत्री लिख के भेजा कि बेटा जी आयु छोटी है, सवेर दे जंग लड़ रहे हो, थक गए होवोगे, घर वापस आ जाओ। कहण दा प्रयोजन तो यह सी कि तुहाडा अजे विआह नवां होया है, तुसीं घर आ जाओ। तो जिहड़ा वापसी जवाब गुरु तेग बहादुर साहब ने 14 साल की आयु च भेजिया, साडे स्रोतां दे च उसका जिक्र बहुत प्यारा है। रण छोड़ आत सूर धरब नाही। मैदाने जंग दे विचों चलदी जंग नूं छड्ड के आ जाना तो सूरमे का धर्म ही नहीं हैगा। ये गुरु तेग बहादुर साहब का जवाब।
ਰਣ ਛੋੜ ਆਤ ਸੂਰ ਧਰਮ ਨਹੀਂ, ਕਿ ਚੱਲ ਰਹੀ ਜੰਗ ਦੇ ਵਿੱਚੋਂ ਜੰਗ ਨੂੰ ਛੱਡ ਕੇ ਆ ਜਾਣਾ ਤਾਂ ਸੂਰਮੇ ਦਾ ਧਰਮ ਔਰ ਕਰਮ ਹੈ ਹੀ ਨਹੀਂ ਹੈ। ਕਹਿੰਦੇ ਸੂਰਮਾ ਦੋ ਹਾਲਾਤਾਂ 'ਚ ਵਾਪਸ ਆਉਂਦਾ ਹੈ, ਨਹਿ ਹਤੇ ਤਨ ਨਹਿ ਹਤੇ ਜੰਗ। ਜਾਂ ਤਾਂ ਜੰਗ ਨੂੰ ਜਿੱਤ ਕੇ ਜੇਤੂ ਜਰਨੈਲ ਦੇ ਵਿੱਚ ਸੂਰਮਾ ਵਾਪਸ ਆਉਂਦਾ ਹੈ, ਤੇ ਜਾਂ ਫਿਰ ਸ਼ਹੀਦ ਹੋ ਕੇ ਲਾਸ਼ ਦੇ ਰੂਪ 'ਚ ਆਉਂਦਾ ਹੈ, ਨਹੀਂ ਤੇ ਸੂਰਮਾ ਮੈਦਾਨੇ ਜੰਗ 'ਚੋਂ ਵਾਪਸ ਨਹੀਂ ਆਉਂਦਾ। ਇਹ 14 ਸਾਲ ਦੀ ਆਜੂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਨੇ ਕਿ ਮੈਦਾਨੇ ਜੰਗ ਦੇ ਵਿੱਚੋਂ ਵਾਪਸ ਨਹੀਂ ਆ ਸਕਦਾ। ਔਰ ਇਸੇ ਗੱਲ ਦੀ ਤਸ਼ਬੀਹ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਜੰਗ 'ਚ ਦਿੰਦੇ ਨੇ, ਤੇ ਜਦੋਂ ਜੁਝਾਰ ਸਿੰਘ ਜਾਂਦਾ ਨਾ ਮੈਦਾਨੇ ਜੰਗ ਦੇ ਵਿੱਚ, ਤੇ ਫਿਰ ਸਿੱਖਾਂ ਨੂੰ ਨਹੀਂ ਲਿਖਣਾ ਪੈਂਦਾ, ਫਿਰ ਦੁਸ਼ਮਣ ਲਿਖਦੇ ਨੇ कि 10-20 को जख्मी किया, 10-20 को मारा, खलास को मारा, कभी अबलीस को मारा, गुल मच गया अदू ने, एक छोटे से तिफल ने 40 को मारा। कहते सारे दुश्मन के शोर मच गया कि गुरु गोबिंद सिंह के 14 साल के पुत्र ने साढ़े 40 योधे जमीन पर सुट दिते। सो ये कदों हुंदा है जदों असी उस शब्द की विचारधारा के नाल जुड़े हुए हैं। सो गुरु तेग बहादुर साहब इस जंग के विचों जदों जेतू के रूप च घर आउंदे ने, तां उस वेले गुरु पिता जी एक कटार, एक पोथी और एक रुमाल की बख्शिश करते हैं। कुछ इतिहासक स्रोतों ये भी जिक्र आता है कि पहला नाम त्याग मल सी, इस जंग जितण तो बाद ही तेग बहादुर नाम की वरतों होनी शुरू हुई, पर ज़्यादा स्रोतों इस गल का जिक्र नहीं मिलता। खैर अगली गल ते आइए, गुरु हरकृष्ण साहब का ज्योति जोत समाना तो गुरु साहब का प्रगट होना, ये पिछे भी एक अहम तंद बड़ी वड्डी है। इंज नहीं हो सकता कि गुरता गद्दी गुरु तो बिना रही हो, इंज नहीं हो सकता। जिस वेले क्योंकि सिख इतिहास के विच यही तो दुनिया के बाकी धर्मां के इतिहास तो एक वक्री परंपरा है ना, कि गुरु साहब अपने जिउंदे जी ही अपना जानशीन जिहड़ा वो नियुक्त कर देंदे रहे। और इस गल बड़ा खोल के भाई साहब भाई गुरदास ने समझाया, वो कहते मारिया सिक्का जगत विच, नानक निर्मल पंथ चलाया, थापिया लहना जीवदे, गुर आई सिर छत्र फिराया। कि गुरु नानक साहब ने अपने जिउंदे जी ही लहना जी नूं गुर अंगत बना दिता, जिउंदे जी। सो इस तरह के गुरता गद्दी गुरु तो खाली कदी नहीं रही। जिस वेले गुरु हरकृष्ण साहब दिल्ली दे विच ज्योति जो समाउण लगे ने, ते उन्हां दे अंतिम शब्द की ने, बाबा बसे बकाले ग्राम, कि हुण मेरे तो बाद जिहड़ा गुरता गद्दी दा वारिस है वो बकाले दे विच है। उदों नाम बाबा बकाला नहीं सी, उदों तां बाबा बसे बकाले ग्राम है, बकाला पिंड दा नाम सी। ते बाबा जदों उत्थे गुरु साहब नूं बाबा जी नूं प्रगट किया गया, उस वेले जिहड़ा सी वो बाबा बकाला शब्द होंद दे विच आ गया। पहला यही सी बकाला ग्राम। पर उत्थे समस्या की है, उत्थे समस्या ये है कि बहुत सारे होर भी गद्दीदार अपने आप नूं गुरु समझ के अपनी उपासना ते पूजा गुरु के रूप च करवा रहे हैं। और उहदे च धीर बल सब तो वड्डा दावेदार इस करके है कि गुरु अर्जन साहब महाराज की जिहड़ी भाई गुरदास जी हुणां वल्लों लिखाई गई हथ लिखत बीड़ है, वो धीर मल दे। और बहुतियां संगतां इस भुलेखे दे विच ने कि जिहदे कोल गुरु साहब की बीड़ है उही गुरु का पद का अधिकारी है। इस करके धीरमल का धड़ा भारा है। बकायदा तौर पर गुरता गद्दी दीयां सारियां रस्मां लैके भाई मनी राम जी जिहड़े बाद च मनी सिंह बनते हैं, भाई दरगाही मल जी, ये सारे सिंह जिहड़े ने सिख जिहड़े ने आउंदे ने, बकायदा गुरता गद्दी की रस्म की जा चुकी है। पर हुण लोड़ है उत्थे मैन पावर की, हुण लोड़ है उत्थे शक्ति की, क्योंकि बाकी जिहड़े लोग ने जिहड़े उत्थे देहधारी गुरु बन के अपने आप को क्लेम कर रहे हैं कि गुरु नानक की गद्दी के वारिस असीं हाँ, उन्हां दे कोल धाड़वी ने, बदमाश ने, गुंडे इकट्ठे किए हुए ने। गुरु साहब के पर गोली भी चलाई गई, तुहानूं याद है शीहे मसंद दे वल्लों गुरु तेग बहादुर साहब के मत्थे के कोल गोली लगी सी, खून भी निकलिया सी, बहुत बारी हमला भी किया गया गुरु साहब के उपर। वो लोग किसी भी हालत दे विच गुरता गद्दी के अधिकार नूं छड्डना नहीं चाहते, तो फिर गुरु साहब नूं प्रगट करते हैं बाबा मक्खन शाह लोपाणा। इस सारे वर्तारे को समझना बहुत जरूरी है। एवें बस एक जहाज़ का मालिक
ਨਹੀਂ ਸੀ ਮੱਖਣ ਸ਼ਾਹ ਲਬਾਣਾ। ਐਵੇਂ ਇੱਕਦਮ ਇੱਕ ਸੀਨ ਦੇ ਉੱਪਰ, ਇੱਕ ਦ੍ਰਿਸ਼ ਦੇ ਵਿੱਚ ਨਹੀਂ ਆ ਜਾਂਦਾ। ਬਾਬਾ ਮੱਖਣ ਸ਼ਾਹ ਲਬਾਣਾ ਦੇ ਪਰਿਵਾਰ ਦੇ ਬਾਰੇ ਤਾਂ ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਪਹਿਲਾਂ ਜਦੋਂ ਉਹ ਬਾਬੇ ਬਕਾਲੇ ਆਉਂਦੇ ਨੇ, ਜਦੋਂ ਪ੍ਰਗਟ ਕਰਦੇ ਨੇ, ਜਦੋਂ ਕਹਿੰਦੇ ਨੇ ਗੁਰੂ ਲਾਦੋ ਰੇ, ਤੇ ਉਸ ਸਮੇਂ ਉਹਨਾਂ ਦੇ ਨਾਲ ਕੀ ਹੈ, ਹੁੱਤੇ ਸਵਾਰ 500 ਅੰਕ, ਉਠਾਏ ਤੀਰ ਤੇਗ ਤੁਫੰਗ, 500 ਸ਼ਸਤਰਧਾਰੀ ਯੋਧੇ ਉਹਨਾਂ ਦੇ ਨਾਲ ਨੇ। ਇਹ ਸਾਡੇ ਇਤਿਹਾਸਿਕ ਸਰੋਤਾਂ ਜ਼ਿਕਰ ਮਿਲਦਾ ਹੈ। ਹੁਣ 500 ਅੰਗ ਰੱਖਿਅਕ, ਬਾਡੀਗਾਰਡ ਜਾਂ ਸ਼ਸਤਰਧਾਰੀ ਯੋਧੇ ਰੱਖਣੇ ਆਮ ਬੰਦੇ ਦਾ ਕੰਮ ਤਾਂ ਹੋ ਨਹੀਂ ਸਕਦਾ, ਆਮ ਵਿਅਕਤੀ ਤਾਂ ਨਹੀਂ ਰੱਖ ਸਕਦਾ। ਹੁਣ ਇਹਦੇ ਵਾਸਤੇ ਤੁਹਾਨੂੰ ਬਹੁਤ ਪਿੱਛੇ ਜਾਣਾ ਪਵੇਗਾ। ਜੇ ਮੈਂ ਤੁਹਾਨੂੰ ਜ਼ਿਆਦਾ ਨਾ ਖੜਾ ਤਾਂ ਘੱਟੋ ਘੱਟ 7ਵੀਂ ਸਦੀ ਤੇ ਜ਼ਰੂਰ ਜਾਈਏ, 1700-1800 ਸਾਲ ਪਿੱਛੇ ਤਾਂ ਜ਼ਰੂਰ ਜਾਣਾ ਪਵੇਗਾ। ਇੱਕ ਰਾਜਾ ਹੋਇਆ ਧੱਜ, ਰਾਜਪੂਤ ਰਾਜਾ ਸੀ। ਉਸ ਦਾ ਪੁੱਤਰ ਹੋਇਆ ਕੋਤਜ, ਕੋਤਜ ਦਾ ਪੁੱਤਰ ਕਰਨ, ਕਰਨ ਦਾ ਪੁੱਤਰ ਕੈਸ਼ਪ, ਕੈਸ਼ਪ ਦਾ ਪੁੱਤਰ ਚਾਡਾ, ਚਾਡੇ ਦਾ ਪੁੱਤਰ ਥਿੱਡਾ, ਉਸ ਦਾ ਪੁੱਤਰ ਮੋਲਾ, ਮੋਲੇ ਦਾ ਪੁੱਤਰ ਮੋਤਾ, ਤੇ ਮੋਤੇ ਦੇ ਪਰਿਵਾਰ ਦੇ ਵਿੱਚ ਹੋਇਆ ਬਹੋੜੂ, ਤੇ ਬਹੋੜੂ ਦਾ ਪੁੱਤਰ ਹੈ ਬਾਬਾ ਸੌਣ। ਇਹ ਹੁਣ ਸਮਾਂ ਆ ਗਿਆ ਗੁਰੂ ਨਾਨਕ ਸਾਹਿਬ ਦਾ। ਮੈਂ 10 ਪੀੜ੍ਹੀਆਂ ਤੁਹਾਨੂੰ ਦੱਸ ਦਿੱਤੀਆਂ ਨੇ। ਗੁਰੂ ਨਾਨਕ ਸਾਹਿਬ ਜਿਸ ਵੇਲੇ ਮਾਨਸਰੋਵਰ ਇਸ ਇਲਾਕੇ 'ਚ ਹੁੰਦੇ, ਲਦਾਖ, ਨੀਮੋ, ਇਸ ਇਲਾਕੇ 'ਚ ਹੁੰਦੇ ਹੋਏ ਜਦੋਂ ਗੁਜਰਾਤ ਪਹੁੰਚੇ ਨੇ, ਮੋਦੀ ਵਾਲਾ ਗੁਜਰਾਤ ਨਹੀਂ, ਪਾਕਿਸਤਾਨ ਵਾਲਾ, ਜਿਹੜਾ ਰਾਮ ਗੋਪਾਲ ਗੁੱਜਰ ਨੇ ਸ਼ਹਿਰ ਵਸਾਇਆ, ਅੱਜ ਵੀ ਪਾਕਿਸਤਾਨ ਦੇ ਵਿੱਚ ਹੈ ਗੁਜਰਾਤ ਸ਼ਹਿਰ। ਜਦੋਂ ਗੁਜਰਾਤ ਸ਼ਹਿਰ ਪਹੁੰਚੇ ਨੇ ਤੇ ਪੁਰਾਤਨ ਜਨਮ ਸਾਖੀ ਨੂੰ ਪੜ੍ਹਨ ਦਾ ਯਤਨ ਕਰਿਓ, ਕਿਤੇ ਤੁਹਾਨੂੰ ਇੰਟਰਨੈਟ ਦੇ ਉੱਪਰ ਵੀ ਹੁਣ ਤੇ ਅਵੇਲੇਬਲ ਹੈ। ਇੱਕ ਘਰ ਦੇ, ਬੜੇ ਵੱਡੇ ਘਰ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਰੁਕਦੇ ਨੇ, ਨਾਲ ਭਾਈ ਮਰਦਾਨਾ ਜੀ ਹੈ। ਤੇ ਗੁਰੂ ਨਾਨਕ ਸਾਹਿਬ ਦਾ ਸਵਾਲ ਪਤਾ ਕੀ ਹੈ ਮਰਦਾਨਾ ਜੀ ਨੂੰ? ਮਰਦਾਨਿਆ ਕਿਸਕਾ ਗ੍ਰਹਿ ਹੈ, ਚਾਰ ਧਵਜ ਝੂਲਤੇ ਹਨ। ਜਿਹੜੀ ਇੰਗਲੈਂਡ ਦੇ ਵਿੱਚ ਕਾਲਬਰੁਕ ਵਾਲੀ ਜਨਮ ਸਾਖੀ ਪਈ ਹੈ ਨਾ, ਮਿਊਜ਼ੀਅਮ ਦੇ ਵਿੱਚ ਇੰਗਲੈਂਡ ਦੇ ਵਿੱਚ, ਜਿਹੜੀ ਓਰੀਜਨਲ ਕਾਪੀ ਪਈ ਹੈ, ਉਹਦੇ ਵਿੱਚ ਬਕਾਇਦਾ ਪੇਂਟਿੰਗ ਵੀ ਬਣੀ ਹੋਈ ਹੈ। ਉਸ ਪੇਂਟਿੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਬਾਹਰ ਬੈਠੇ ਨੇ, ਪਿੱਛੇ ਇੱਕ ਬੜਾ ਵੱਡਾ ਮਹਿਲ ਹੈ ਤੇ ਉਹਦੇ ਉੱਪਰ 4 ਝੰਡੇ ਲੱਗੇ ਨੇ, ਤੇ ਇਹੀ ਗੁਰੂ ਨਾਨਕ ਸਾਹਿਬ ਦਾ ਸਵਾਲ ਹੈ, ਮਰਦਾਨਿਆ ਕਿਸਕਾ ਗ੍ਰਹਿ ਹੈ, 4 ਧਵਜ ਝੂਲਤੇ ਹਨ। ਵੀ ਇਹ ਕਿਹਦਾ ਘਰ ਆ, 4 ਝੰਡੇ ਝੂਲ ਰਹੇ ਨੇ। ਹੁਣ ਤਾਂ ਸ਼ਬਦ ਸਾਡੇ ਚੋਂ ਮੁੱਕ ਗਿਆ, ਬਜ਼ੁਰਗਾਂ ਨੂੰ ਪਤਾ ਹੋਵੇਗਾ। ਕਈ ਵਾਰੀ ਕਿਸੇ ਨੂੰ ਕਹਿਣਾ ਤੇਰੇ ਕੋਲ ਕੀ ਹੈ, ਤਾਂ ਉਹ ਅੱਗੋਂ ਜਵਾਬ ਵੀ ਦਿੰਦਾ ਹੁੰਦਾ ਸੀ, ਜੇ ਮੇਰੇ ਕੋਲ ਕੁਝ ਨਹੀਂ ਤੇਰੇ ਕਿਹੜੇ ਝੰਡੇ ਝੂਲਦੇ ਆ। ਇਹ ਹੁੰਦਾ ਸੀ ਨਾ ਜੀ, ਜੇ ਮੇਰੇ ਕੋਲ ਕੁਝ ਨਹੀਂ ਤੇਰੇ ਕਿਹੜੇ ਝੰਡੇ ਝੂਲਦੇ ਨੇ। ਬੇਸਿਕਲੀ ਇਹ ਇੱਕ ਟਰਕਿਸ਼ ਫਿਨੋਮੀਨਾ ਸੀ। ਇਹ 1858 ਤੱਕ ਰਿਹਾ ਹਿੰਦੁਸਤਾਨ ਦੇ ਵਿੱਚ ਵੀ। ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਸਾਲ ਬਾਅਦ ਟੈਕਸ ਡਿਕਲੇਰੇਸ਼ਨ ਕਰਦੇ ਹਾਂ, ITR ਬਣਦੀ ਹੈ ਕਿ ਅਸੀਂ ਇੰਨੀ ਕਮਾਈ ਕੀਤੀ, ਇੰਨਾ ਪੈਸਾ ਸਾਡੇ ਕੋਲ ਹੈ। ਉਹਨਾਂ ਸਮਿਆਂ ਦੇ ਵਿੱਚ ਜਿਸ ਪਰਿਵਾਰ ਦੀ ਮਲਕੀਅਤ 1 ਲੱਖ ਸੋਨੇ ਦੀਆਂ ਮੋਹਰਾਂ ਦੀ ਹੁੰਦੀ ਸੀ, ਉਹ ਆਪਣੇ ਘਰ ਦੇ ਉੱਪਰ ਇੱਕ ਝੰਡਾ ਲਾ ਕੇ ਇਸ ਨੂੰ ਡਿਕਲੇਅਰ ਕਰਦਾ ਸੀ ਕਿ ਮੇਰੀ ਮਲਕੀਅਤ ਇੰਨੀ, ਮੈਂ ਇੰਨਾ ਅਮੀਰ ਹਾਂ। ਉਸ ਹਿਸਾਬ ਦੇ ਨਾਲ ਫਿਰ ਸਰਕਾਰ ਉਹਦੇ ਨਾਲ ਸੰਬੰਧ ਕਾਇਮ ਕਰਦੀ ਸੀ। ਹੁਣ ਇਹ 4 ਧਵਜ ਝੂਲਣੇ ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਅਮੀਰੀ ਹੈ। ਔਰ ਇਹ ਘਰ ਹੈ ਬਾਬੇ ਸੌਣ ਦਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਦਾ ਬਾਬੇ ਸੌਣ ਦਾ ਘਰ ਹੈ, ਤੇ ਬਾਬਾ ਸੌਣ ਸ਼ਾਮ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤ ਦੇ ਵਿੱਚ ਆਉਂਦਾ ਹੈ। 1 ਦਿਨ, 2 ਦਿਨ, 3 ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਮਰਦਾਨਾ ਜੀ ਦੀ ਸੰਗਤ ਦੇ ਵਿੱਚ ਬਹਿ ਕੇ ਜਦੋਂ ਗੁਰ ਉਪਦੇਸ਼ ਸਰਵਣ ਕਰਦਾ ਹੈ, ਤੇ ਚੌਥੇ ਦਿਨ ਜਦੋਂ ਗੁਰੂ ਸਾਹਿਬ ਵਾਪਸ ਚੱਲਣ ਲੱਗਦੇ ਨੇ, ਪੈਰਾਂ ਤੇ ਸਿਰ ਰੱਖ ਦਿੰਦਾ ਬਾਬਾ ਸੌਣ। ਸ਼ਬਦ ਬੜੇ ਪਿਆਰੇ ਨੇ ਜਨਮ ਸਾਖੀ 'ਚ। ਬਾਬਾ ਸੌਣ ਕਹਿੰਦਾ ਹੈ ਬਾਬਾ ਗੁਰੂ ਨਾਨਕ ਸਾਹਿਬ ਨੂੰ, ਬਾਬਾ ਜਾਂ ਤੇ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ। ਕਿੰਨੀ, ਇਹ ਛੋਟੀ ਗੱਲ ਨਹੀਂ ਹੈ, ਕਿੰਨੀ ਪ੍ਰਾਪਰਟੀ, ਕਿੰਨਾ ਪੈਸਾ, ਕਿੰਨੀ ਜਾਇਦਾਦ, ਉਹ ਸਾਰੇ ਨੂੰ ਛੱਡ ਕੇ ਕਹਿਣਾ ਕਿ ਜਾਂ ਤਾਂ ਮੈਨੂੰ ਲੈ ਜਾ ਤੇ ਜਾਂ ਤੂੰ ਇੱਥੇ ਰਹਿ ਜਾ। ਤੇ ਗੁਰੂ ਨਾਨਕ ਸਾਹਿਬ ਦਾ ਜਵਾਬ ਵੀ ਬੜਾ ਪਿਆਰਾ ਹੈ। ਕਹਿੰਦੇ ਬਾਬਾ ਸੌਣ, ਜੇ ਤੇ ਤੂੰ ਮੇਰੇ ਸਰੀਰ ਦੇ ਨਾਲ ਜੁੜਿਆ ਹੈ ਤੇ ਸਰੀਰ ਮੇਰਾ ਵੀ ਨਹੀਂ ਰਹਿਣਾ। ਜੇ ਤੂੰ ਮੇਰੇ ਸਰੀਰ ਦੇ ਨਾਲ ਜੁੜਿਆ ਨਾ, ਤੇ ਸਰੀਰ ਨਾ ਤੇਰਾ ਰਹਿਣਾ ਤੇ ਨਾ ਮੇਰਾ ਰਹਿਣਾ, ਇਹ ਮਿਲਾਪ ਹੋ ਹੀ ਨਹੀਂ ਸਕਦਾ।
ਕੋਸ਼ਿਸ਼ ਕਰ ਸ਼ਬਦ ਦੇ ਨਾਲ ਜੁੜ, ਜੇਕਰ ਸ਼ਬਦ ਦੇ ਨਾਲ ਜੁੜੇਗਾ ਤੇ ਵਿਛੋੜਾ ਕਦੀ ਨਹੀਂ ਪਵੇਗਾ। ਹਿਰਦੇ ਦੇ ਵਿੱਚ ਇਹ ਗੱਲ ਵਸ ਗਈ। ਬਾਬੇ ਸੌਣ ਦਾ ਬੇਟਾ ਸੀ ਬਾਬਾ ਅਰਥਾ, ਬਾਬੇ ਅਰਥੇ ਦਾ ਬੇਟਾ ਸੀ ਬਾਬਾ ਬਿੰਨਾ, ਬਾਬੇ ਬਿੰਨੇ ਦਾ ਬੇਟਾ ਸੀ ਭਾਈ ਦਾਸਾ, ਤੇ ਭਾਈ ਦਾਸਾ ਦਾ ਬੇਟਾ ਸੀ ਬਾਬਾ ਮੱਖਣ ਸ਼ਾਹ ਲਬਾਣਾ। ਇਹ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਸੀ। ਹੁਣ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜੁੜਿਆ ਪਰਿਵਾਰ ਇੰਨੀ ਜ਼ਿਆਦਾ ਅਮੀਰੀ ਕਿ ਆਪਣੇ ਉਹਨਾਂ ਸਮਿਆਂ 'ਚ ਵੱਡੇ ਵੱਡੇ ਉਹਨਾਂ ਦੇ ਵਪਾਰਕ ਕਾਰਜ ਨੇ, ਔਰ ਇਹਦੇ ਬਾਵਜੂਦ ਵੀ ਉਹ ਹਰ ਸਾਲ ਦਸਵੰਧ ਕੱਢਦੇ ਨੇ। ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਜਿਹੜੇ ਪਿਤਾ ਬਾਬਾ ਦਾਸਾ ਜੀ ਹੈ, ਉਹਨਾਂ ਦੇ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਨੂੰ ਮਿਲਾਪ ਦੇ ਕਈ ਸਰੋਤਾਂ 'ਚ ਜ਼ਿਕਰ ਮਿਲਦਾ ਹੈ, ਔਰ ਬਹੁਤ ਜ਼ਿਆਦਾ ਉਹਨਾਂ ਸਿੱਖੀ ਦਾ ਪ੍ਰਚਾਰ ਹੀ ਕੀਤਾ ਹੈ। ਗੱਲ ਕੇਵਲ ਬਾਬਾ ਮੱਖਣ ਸ਼ਾਹ ਲਬਾਣਾ ਤੱਕ ਵੀ ਸੀਮਤ ਨਹੀਂ। ਬਾਬਾ ਮੱਖਣ ਸ਼ਾਹ ਲਬਾਣਾ ਦਾ ਇੱਕ ਪੁੱਤਰ ਖੁਸ਼ਹਾਲ ਸਿੰਘ ਨਰਮੋਹਗੜ੍ਹ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ, ਦੂਜਾ ਪੁੱਤਰ ਜਵੰਦ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਇਆ, ਤੀਜਾ ਪੁੱਤਰ ਭਾਈ ਲਾਲ ਸਿੰਘ ਜਿਹਦਾ ਪਰਿਵਾਰ ਅੱਗੋਂ ਚੱਲਦਾ ਹੈ। ਸੋ ਬਾਬਾ ਮੱਖਣ ਸ਼ਾਹ ਲਬਾਣਾ ਉਸ ਸਮੇਂ ਇੰਨੀ ਵੱਡੀ ਮਲਕੀਅਤ ਤੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ, ਉਹ ਗੁਰੂ ਸਾਹਿਬ ਦੇ ਇਸ ਆਪਣੀ ਤਾਕਤ ਦੇ ਨਾਲ ਜਦੋਂ ਇਹ ਗੱਲ ਕਹਿੰਦੇ ਨੇ ਕਿ ਗੁਰੂ ਲੱਦ ਹੋ ਰਹੇ, ਤੇ ਉਸ ਵੇਲੇ ਫਿਰ ਇਹ ਜਿਹੜੀ ਧੜੇਬੰਦਕ ਲੋਕ ਨੇ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਉਹ ਚਾਹੇ ਧੀਰਮਲ ਦੇ ਗੁੰਡੇ ਨੇ, ਚਾਹੇ ਉਹ ਸ਼ੀਹਾਂ ਮਸੰਦ ਹੈ, ਉਸ ਵੇਲੇ ਉਹਨਾਂ ਨੂੰ ਬਾਬਾ ਮੱਖਣ ਸ਼ਾਹ ਲਬਾਣਾ ਸਜ਼ਾਵਾਂ ਵੀ ਦੇਣ ਲੱਗਦਾ। ਪਾਤਸ਼ਾਹ ਰੋਕ ਦਿੰਦੇ ਨੇ, ਕਹਿੰਦੇ ਨਹੀਂ, ਰਹਿਣ ਦਿਓ, ਜੇ ਇਹਨਾਂ ਲੋਕਾਂ ਨੇ ਗਲਤੀ ਕੀਤੀ ਹੈ ਤੇ ਮਾਫ਼ ਕਰਨਾ ਸਾਡਾ ਸੁਭਾਅ ਹੈ। ਇਹਨਾਂ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਚਾਰ ਦੇ ਵਾਸਤੇ ਜਾਂਦੇ ਨੇ। ਪ੍ਰਚਾਰ ਦੀਆਂ ਕੁਝ ਘਟਨਾਵਾਂ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਮੈਨੂੰ ਕਈ ਵਾਰੀ ਇੰਝ ਲੱਗਦਾ ਹੈ, ਜਿਉਂ-ਜਿਉਂ ਵੱਖ-ਵੱਖ ਸਰੋਤਾਂ ਦੇ ਵਿੱਚ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਪੜ੍ਹਦਾ ਹਾਂ, ਤੇ ਮੈਨੂੰ ਇੰਝ ਲੱਗਦਾ ਕਿ ਸਾਨੂੰ ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਹੋਰ ਕੁਝ ਦੱਸਿਆ ਹੀ ਨਹੀਂ ਗਿਆ। ਉਹਨਾਂ ਦੇ ਜੀਵਨ ਦੇ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਦਿੱਤੀ ਨਹੀਂ ਗਈ। ਸੋ ਪਹਿਲੀ ਗੱਲ ਤੇ ਇੱਕ ਬੜੀ ਵੱਡੀ ਅਹਿਮ ਗੱਲ ਕਿ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੋਵੇਗੀ। ਹੁਣ ਉਸ ਗੱਲ ਤੇ ਆ ਜਾਈਏ ਜਿਹੜੀ ਗੱਲ ਭਾਈ ਨੰਦ ਲਾਲ ਕਹਿੰਦੇ ਨੇ, ਜ਼ੀਨਤ ਅਰਾਏ ਮਹਿਫਿਲ ਜ਼ਾਹੋ ਜ਼ਲਾ, ਕਿ ਗੁਰੂ ਸਾਹਿਬ ਜਦੋਂ ਗੱਲ ਕਰਦੇ ਸੀ, ਉਹ ਜਿਹੜੀ ਕੁਵਤ ਤੇ ਤਹਿਰੀਰ ਸੀ, ਜਿਹੜੀ ਸ਼ਬਦ ਦੀ ਤਾਕਤ ਸੀ, ਉਹ ਕਿੰਨੀ ਜ਼ਿਆਦਾ ਹੋਵੇਗੀ। ਮੈਂ ਜੇ ਤੁਹਾਨੂੰ ਇੱਕ ਉਦਾਹਰਨ ਦੇਵਾਂ, ਕਿੰਨੇ ਕ੍ਰਿਸਚਨ ਮਿਸ਼ਨਰੀ ਪ੍ਰਚਾਰ ਕਰਦੇ ਫਿਰਦੇ ਨੇ ਈਸਾਈ ਮਤ ਦਾ। ਉਹਨਾਂ ਦੇ ਵਿੱਚ ਇੱਕ ਧਿਰ ਹੈ ਜਿਹੜੀ ਹੈ ਯਹੋਵਾਸ ਵਿਟਨੈਸ ਜਾਂ ਯਹੋਵਾਸ ਕਨਫੈਸ਼ਨ। ਬੇਸ਼ੱਕ ਕਿ ਈਸਾਈ ਮਤ ਦੇ ਵਿੱਚ ਉਹਨੂੰ ਲੈ ਕੇ ਆਪਸ 'ਚ ਆਪਾ ਵਿਰੋਧ ਹੈ। ਕੁਝ ਈਸਾਈ ਕਹਿੰਦੇ ਨੇ ਕਿ ਸਿਰਫ 3 ਚੀਜ਼ਾਂ ਨੇ, ਪਿਤਾ, ਪੁੱਤਰ ਤੇ ਪਵਿੱਤਰ ਆਤਮਾ। ਪਰਮਾਤਮਾ, ਉਹਦਾ ਪੁੱਤਰ ਜੀਸਸ ਤੇ ਇੱਕ ਪਵਿੱਤਰ ਆਤਮਾ। ਜਿਹੜੇ ਯਹੋਵਾਸ ਕਨਫੈਸ਼ਨ ਵਾਲੇ ਨੇ ਉਹ ਕਹਿੰਦੇ ਯਹੋਵਾ ਜਿਹੜਾ ਉਹ ਸਾਰੀ ਦੁਨੀਆ ਦਾ ਖਲਕਤ ਦਾ ਮਾਲਕ ਹੈ, ਤੇ ਦੁਨੀਆ ਦੇ ਉੱਪਰ ਪਾਪਾਂ ਨੂੰ ਨਸ਼ਟ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਜੀਸਸ ਕ੍ਰਾਈਸਟ ਨੂੰ ਦਿੱਤੀ ਹੋਈ ਹੈ। ਉਹਦੇ 'ਚ ਕੀ ਕਿਹਾ ਜਾਂਦਾ ਕਿ ਇਹਦੇ ਤੁਸੀਂ ਕਨਫੈਸ਼ਨ ਕਰ ਲਓ, ਮਾਫ਼ ਹੋ ਜਾਵੋਗੇ। ਕਿ ਜੀਸਸ ਜਿਹੜਾ ਹੈ ਨਾ, ਉਹ ਇਸ ਗੱਲ ਦਾ ਗਵਾਹ ਹੈ ਕਿ ਤੁਸੀਂ ਆਪਣੇ ਪਾਪਾਂ ਦੀ ਕਨਫੈਸ਼ਨ ਕਰ ਲਓ, ਤੁਸੀਂ ਆਪਣੇ ਗੁਨਾਹਾਂ ਨੂੰ ਇਕਬਾਲ ਕਰ ਲਵੋ, ਆਪਣੇ ਗੁਨਾਹਾਂ ਨੂੰ ਸਵੀਕਾਰ ਕਰ ਲਵੋ। ਪਰ ਉਹ ਫਾਰਮ ਤੇ ਭਰਨਾ ਬੜਾ ਸੌਖਾ। ਫਾਰਮ ਭਰ ਕੇ ਕਹਿ ਦੇਣਾ ਕਿ ਮੈਂ ਆਪਣੇ ਗੁਨਾਹ ਸਵੀਕਾਰ ਕਰਦਾ ਤੇ ਪਰਮਾਤਮਾ ਮੈਨੂੰ ਸਵਰਗ 'ਚ ਜਗ੍ਹਾ ਦੇ ਦੇ, ਨਰਕ ਤਾਂ ਖਾਲੀ ਹੋ ਜਾਣਗੇ। ਨਰਕ 'ਚ ਤੇ ਰੋਜ਼ ਕੋਈ ਨਾ। ਵੈਸੇ ਤਾਂ ਮੈਂ ਜੇ ਆਪਣੀ ਵੀ ਗੱਲ ਕਰੀਏ ਅਸੀਂ, ਤੇ ਜਿਹੜਾ ਵੀ ਪ੍ਰਾਣੀ ਜਿਹੜਾ ਉਹ ਸੰਸਾਰ ਤੋਂ ਚਲਾ ਜਾਂਦਾ, ਸਾਡੀ ਅਰਦਾਸ ਤਾਂ ਇਹੀ ਹੁੰਦੀ ਹੈ ਕਿ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਨਰਕ 'ਚ ਤਾਂ ਕਿਸੇ ਨੇ ਵੀ ਨਹੀਂ ਜਾਣਾ, ਸੋ ਤਾਂ ਖਾਲੀ ਹੋ ਜਾਣਗੇ। ਪਰ ਇੱਥੇ ਖੇਡ ਵੱਖਰੀ ਹੈ। ਇੱਕ ਫਾਰਮ ਭਰ ਦੇਣਾ ਕਿ ਅਸੀਂ ਆਪਣੇ ਗੁਨਾਹਾਂ ਨੂੰ ਸਵੀਕਾਰਦੇ ਹਾਂ, ਫਾਰਮ ਭਰਨਾ ਬਹੁਤ ਸੌਖਾ, ਗੁਨਾਹਾਂ ਦਾ ਇਕਬਾਲ ਕਰਨਾ ਬਹੁਤ ਔਖਾ। ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਇੱਕ ਘਟਨਾ ਵਾਪਰੀ। ਇੱਕ ਚੋਰ ਤੇ ਡਾਕੂ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਤੇ ਪਾਤਸ਼ਾਹ ਕਹਿੰਦੇ ਕਿ ਫਿਰ ਚੋਰੀਆਂ ਕਰਨੀਆਂ ਤੇ ਡਾਕੇ ਮਾਰਨੇ ਛੱਡ ਦੇ। ਕਹਿੰਦਾ ਜੀ ਇਹ ਕੰਮ ਤੇ ਬੜਾ ਔਖਾ, ਇਹ ਤਾਂ ਨਹੀਂ ਹੋ ਸਕਦਾ। ਕਹਿੰਦੇ ਸੋਚ ਲੈ। 1-2 ਦਿਨ ਸੋਚਣ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ। ਕਹਿੰਦਾ ਪਾਤਸ਼ਾਹ ਚੋਰੀ ਡਾਕੇ ਇਹ ਨਹੀਂ ਛੱਡ ਸਕਦਾ। ਤੇ ਪਾਤਸ਼ਾਹ ਕਹਿੰਦੇ ਫਿਰ ਇੱਕ ਕੰਮ ਕਰ, ਤੂੰ ਚੋਰੀ ਵੀ ਕਰਿਆ ਕਰ, ਡਾਕੇ ਵੀ ਮਾਰਿਆ ਕਰ,
ਤੇ ਸਭ ਕੁਝ ਕਰਨ ਤੋਂ ਬਾਅਦ ਨਾ ਮੇਰੇ ਕੋਲ ਸੰਗਤ ਦੇ ਵਿੱਚ ਆ ਜਾਇਆ ਕਰ ਤੇ ਲੋਕਾਂ ਦੇ ਵਿੱਚ ਦੱਸ ਦਿਆ ਕਰਕੇ ਮੈਂ ਇਹਦੇ ਘਰ 'ਚ ਚੋਰੀ ਕੀਤੀ, ਇੱਥੇ ਡਾਕਾ ਮਾਰਿਆ। ਉਦੋਂ ਤੇ ਖੁਸ਼ ਹੋਇਆ, ਪਰ ਜਦੋਂ ਅਗਲੇ ਦਿਨ ਆਉਣਾ ਸੀ ਤੇ ਪਾਤਸ਼ਾਹ ਦੇ ਕੋਲ ਇਕੱਲਾ ਹੀ ਆ ਕੇ ਚਰਨਾਂ ਤੇ ਪੈ ਗਿਆ। ਕਹਿੰਦਾ ਇਹ ਤੇ ਪਹਿਲੇ ਨੂੰ ਵੀ ਔਖਾ, ਕਨਫੈਸ਼ਨ ਕਰਨਾ ਤਾਂ ਬਹੁਤ ਔਖਾ। ਕਹਿੰਦਾ ਚੋਰੀ ਛੱਡਣੀ ਜਿਹੜੀ ਹੈ ਉਹ ਸੌਖੀ ਹੈ, ਪਰ ਚੋਰੀ ਕਰਕੇ ਸੰਗਤ 'ਚ ਮੰਨਣਾ, ਕਨਫੈਸ਼ਨ, ਕਹਿੰਦਾ ਇਹ ਤੇ ਬਹੁਤ ਔਖਾ। ਪਰ ਇਹ ਕਨਫੈਸ਼ਨ ਜਦੋਂ ਗੁਰ ਪੂਰਾ ਹੁੰਦਾ ਨਾ, ਉਹ ਚੋਰੀ ਛੱਡ ਗਿਆ। ਪਰ ਜੇ ਕਿਤੇ ਗੁਰੂ ਸਾਹਿਬ ਕਹਿੰਦੇ ਬਸ ਫਾਰਮ ਭਰ ਕੇ ਦੇ ਜਾ, ਫਿਰ ਤਾਂ ਗੱਲ ਨਹੀਂ ਸੀ ਬਣਨੀ। ਪਰ ਅਸਲ ਦੇ ਵਿੱਚ ਕਨਫੈਸ਼ਨ ਕਿਵੇਂ ਦਾ ਹੁੰਦਾ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਤਹਿਸੀਲ ਮਾਨਸਾ ਦੇ ਵਿੱਚ ਕੋਟ ਧਰਮੂ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੂਲੀਸਰ, ਸੂਲੀਸਰ ਗੁਰੂ ਤੇਗ ਬਹਾਦਰ ਸਾਹਿਬ ਉਸ ਇਲਾਕੇ ਦੇ ਵਿੱਚ ਨੇ। ਗੁਰੂ ਸਾਹਿਬ ਦੇ ਕੋਲ ਘੋੜਾ ਬਹੁਤ ਪਿਆਰਾ ਸੀ, ਸ੍ਰੀਧਰ, ਪਟਨਾ ਸਾਹਿਬ ਤੱਕ ਵੀ ਘੋੜਾ ਨਾਲ ਆਇਆ, ਸ੍ਰੀਧਰ। ਉਹ ਗੁਰੂ ਸਾਹਿਬ ਨੂੰ ਤਰਬੀਅਤ ਖਾਨ ਦੇ ਬੇਟੇ ਸੈਫ ਖਾਨ ਨੇ ਦਿੱਤਾ ਸੀ ਤੋਹਫੇ ਦੇ ਰੂਪ 'ਚ, ਬਹੁਤ ਪਿਆਰਾ ਘੋੜਾ ਸੀ। ਸੋ ਇੱਕ ਮੁਸਲਮਾਨ ਚੋਰ ਦੇ ਮਨ ਦੇ ਵਿੱਚ ਆਇਆ ਕਿ ਗੁਰੂ ਸਾਹਿਬ ਦਾ ਘੋੜਾ ਚੋਰੀ ਕੀਤਾ ਜਾਵੇ। ਹੁਣ ਗੁਰੂ ਸਾਹਿਬ ਦੇ ਜਿਹੜੇ ਸਿੱਖ ਸੀ, ਪਹਿਰੇਦਾਰ ਸੀ, ਉਹ ਜਾਗ ਰਹੇ ਨੇ। ਉਹ ਸਾਰੀ ਰਾਤ ਕੋਸ਼ਿਸ਼ ਕਰਦਾ ਰਿਹਾ ਘੋੜਾ ਚੋਰੀ ਨਾ ਕੀਤਾ ਗਿਆ। ਉਸਨੇ ਕਿਹਾ ਚਲੋ ਕੋਈ ਗੱਲ ਨਹੀਂ, ਅੱਜ ਨਹੀਂ ਕੀਤਾ ਗਿਆ, ਕੱਲ੍ਹ ਚੋਰੀ ਕਰ ਲਵਾਂਗੇ। ਅਗਲੀ ਰਾਤ ਫਿਰ ਆਇਆ, ਉਸ ਰਾਤ ਵੀ ਘੋੜਾ ਚੋਰੀ ਨਾ ਕੀਤਾ ਗਿਆ। ਹੁਣ ਤੀਸਰੇ ਦਿਨ ਉਹ ਸੰਗਤ ਦੇ ਵਿੱਚ ਆ ਕੇ ਬੈਠ ਜਾਂਦਾ ਕਿ ਕਾਰਨ ਕੀ ਹੈ, ਮੈਂ ਹਮੇਸ਼ਾ ਇੰਨੀਆਂ ਚੋਰੀਆਂ ਕੀਤੀਆਂ ਨੇ, ਇੰਨੇ ਡਾਕੇ ਮਾਰੇ ਨੇ, ਪਰ ਇੱਕ ਘੋੜਾ ਜਿਹੜਾ ਮੇਰੇ ਕੋਲ ਚੋਰੀ ਨਹੀਂ ਹੋ ਰਿਹਾ, ਕਾਰਨ ਕੀ ਹੈ। ਸੰਗਤ ਦੇ ਵਿੱਚ ਆ ਗਿਆ ਤੇ ਸੰਗਤ ਦੇ ਵਿੱਚ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਇੱਕ ਸ਼ਬਦ ਦੀ ਕਥਾ ਕਰ ਰਹੇ ਨੇ, ਚੋਰ ਕੀ ਹਾਮਾ ਭਰੇ ਨਾ। ਗੁਰੂ ਸਾਹਿਬ ਨੇ ਉਸ ਸ਼ਬਦ ਦੀ ਕਥਾ ਕੀਤੀ। ਹੁਣ ਤੁਸੀਂ ਖਿਆਲ ਕਰਿਓ ਸ਼ਬਦ ਦਾ ਅਸਰ, ਕਨਫੈਸ਼ਨ ਕਿੱਥੇ ਪੈਦਾ ਹੁੰਦਾ, ਜਿੱਥੇ ਗੁਰੂ ਦੀ ਪੂਰਨਤਾ ਕਿਵੇਂ ਦੀ ਹੈ। ਗੁਰੂ ਸਾਹਿਬ ਉਸ ਸ਼ਬਦ ਦੇ ਅਰਥ ਕਰਦੇ ਨੇ, ਉਹ ਅਰਥ ਸੁਣਦਾ ਜਾ ਰਿਹਾ ਤੇ ਨਾਲੋਂ ਨਾਲ ਹੀ ਉਹਦਾ ਬੁਰਾ ਹਾਲ ਹੁੰਦਾ ਜਾ ਰਿਹਾ। ਉਹ ਸੁਣ ਨਹੀਂ ਪਾ ਰਿਹਾ, ਉਹਨੂੰ ਮਹਿਸੂਸ ਹੋ ਰਿਹਾ ਕਿ ਚੋਰੀ ਕਰਨਾ ਕਿੰਨਾ ਬੁਰਾ ਕੰਮ ਹੈ। ਉਹ ਬਾਹਰ ਜਾਂਦਾ ਸੰਗਤ ਦੇ ਵਿੱਚ ਉੱਠ ਕੇ ਇੱਕ ਲੱਕੜੀ ਲੈਂਦਾ ਤੇ ਉਹ ਲੱਕੜੀ ਆਪਣੇ ਪੇਟ 'ਚ ਮਾਰ ਲੈਂਦਾ। ਇਹਨੂੰ ਕਹਿੰਦੇ ਆਨਰੇਬਲ ਡੈਥ। ਕਹਿੰਦਾ ਕਿ ਇੰਨਾ ਗੁਨਾਹ ਤੇ ਜਿਹੜੇ ਸ਼ਬਦ ਹੈ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਿਆ, ਮੇਰੇ ਵਰਗੇ ਗੁਨਾਹਕਾਰ ਦੀ ਤਾਂ ਸਜ਼ਾ ਹੀ ਮੌਤ ਹੈ। ਉੱਥੇ ਬਣਿਆ ਹੋਇਆ ਗੁਰਦੁਆਰਾ ਸੂਲੀਸਰ। ਜੇ ਕਿਤੇ ਤੁਹਾਨੂੰ ਜਿਹੜੇ ਜਾਪਾਨ ਦੇ ਸੈਮੂਰਾਈਜ਼ ਨੇ, ਕਿਤੇ ਉਹਨਾਂ ਦੇ ਬਾਰੇ ਪੜ੍ਹਨ ਦਾ ਮੌਕਾ ਮਿਲੇ ਤੇ ਉਹਨਾਂ ਦੀ ਇੱਕ ਪ੍ਰਥਾ ਹੈ ਹਾਰਾਕੀਰੀ, ਉਸ ਨੂੰ ਨਿੱਕੀ ਕੀਰੀ ਵੀ ਕਿਹਾ ਜਾਂਦਾ। ਹਾਰਾਕੀਰੀ, ਹਾਰਾਕੀਰੀ ਦੇ ਵਿੱਚ ਵੀ ਇਹੀ ਹੁੰਦਾ ਕਿ ਜਦੋਂ ਬੰਦਾ ਜੰਗ ਦੇ ਵਿੱਚ ਕੋਈ ਗਲਤੀ ਕਰ ਲਵੇ ਤੇ ਉਹ ਆਪਣੇ ਆਪ ਨੂੰ ਆਪ ਖਤਮ ਕਰ ਲਵੇ, ਉਸ ਨੂੰ ਕਹਿੰਦੇ ਆਨਰੇਬਲ ਡੈਥ, ਹਾਰਾਕੀਰੀ। ਸੋ ਇਹ ਇਸ ਪੱਧਰ ਦੇ ਉੱਪਰ ਮਾਨਸਿਕਤਾ ਨੂੰ ਲੈ ਕੇ ਜਾਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਬੰਦਾ ਆਪਣੇ ਕੀਤੇ ਪਾਪ ਨੂੰ ਇੰਨਾ ਧੁਰ ਅੰਦਰੋਂ ਸਵੀਕਾਰ ਕਰ ਲੇ ਕਿ ਕਨਫੈਸ਼ਨ ਕਰਕੇ ਆਪੇ ਆਪਣੇ ਆਪ ਨੂੰ ਸਜ਼ਾ ਦੇ ਲੇ। ਇਹ ਤਾਂ ਬਹੁਤ ਵੱਡੀ ਗੱਲ ਹੈ। ਇਹ ਆਮ ਬੰਦਾ ਤਾਂ ਤੁਸੀਂ ਚੋਰੀ ਮਨਾ ਨਹੀਂ ਸਕਦੇ, ਬਾਕੀ ਤਾਂ ਗੱਲ ਹੀ ਵੱਖਰੀ ਹੈ। ਪਰ ਬੰਦਾ ਇਸ ਅਵਸਥਾ 'ਚ ਪਹੁੰਚ ਜਾਵੇ ਸ਼ਬਦ ਨੂੰ ਸੁਣਦਾ ਸੁਣਦਾ ਕਿ ਉਹ ਮਹਿਸੂਸ ਕਰੇ ਮੈਂ ਬੜਾ ਵੱਡਾ ਗੁਨਾਹ ਕੀਤਾ, ਮੈਂ ਗੁਨਾਹਗਾਰ ਹਾਂ, ਇਹ ਕਨਫੈਸ਼ਨ ਹੈ। ਬੇਸ਼ੱਕ ਕਿ ਕੁਝ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਉਸ ਦੀ ਜਾਨ ਬਚਾ ਵੀ ਲਈ ਗਈ, ਪਰ ਵੱਖ-ਵੱਖ ਸਰੋਤਾਂ ਦੀ ਰਾਏ ਜਿਹੜੀ ਹੈ ਉਹ ਵੱਖ-ਵੱਖ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਉਸ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਨੇ। ਇੱਕ ਘਟਨਾ ਹੋਰ ਬੜੀ ਪਿਆਰੀ ਵਾਪਰੀ। ਅਸੀਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀ, ਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ, ਵੈਸੇ ਮੈਨੂੰ ਇੱਥੋਂ ਦਾ ਤਾਂ ਪਤਾ ਨਹੀਂ, ਪੰਜਾਬ ਦੇ ਵਿੱਚ ਕਈ ਐਸੇ ਡੇਰੇ ਨੇ ਜਿਹੜੇ ਸਿਰਫ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਉਂਦੇ, ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਨਾਲ ਸਾਡਾ ਕੋਈ ਰਿਸ਼ਤਾ ਨਹੀਂ। ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਨਾਲ ਸਾਡਾ ਕੋਈ ਰਿਸ਼ਤਾ ਨਹੀਂ। ਤੇ ਇਸ ਦਾ ਜਵਾਬ ਭਾਈ ਨੰਦ ਲਾਲ ਜੀ ਪਤਾ ਕੀ ਦਿੰਦੇ ਨੇ? ਕਹਿੰਦੇ ਹਮੂ ਰਤਨ ਜ਼ਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਵੀ ਜਿਹੜਾ ਵਿਅਕਤੀ ਕਹਿੰਦਾ ਹੈ ਨਾ ਕਿ ਮੈਂ ਗੁਰੂ ਨਾਨਕ ਨੂੰ ਮੰਨਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ, ਕਹਿੰਦੇ ਉਹ ਕਿਸੇ ਦਾ ਸਿੱਖ ਵੀ ਨਹੀਂ ਹੈਗਾ, ਕਿਉਂਕਿ ਉਹਨੂੰ ਇਹੀ ਨਹੀਂ ਪਤਾ
कि हमू रतन जौहर माणक अस्त, हमू गुरु गोबिंद नानक अस्त, कि गुरु नानक ते गुरु गोबिंद सिंह दे विच ते फर्क ही कोई नहीं। कहते जिहड़ा ये गल करता है ना वो तो सिख भी नहीं है, वो तो मत समझो किसी को भी नहीं मन रहा, तो जे मन रहा तो फिर दोहां नूं मन रहा, वो गुरु नानक साहब ते गुरु गोबिंद सिंह नूं वख नहीं कर सकता। हमू रतन जौहर माणक अस्त, हमू गुरु गोबिंद नानक अस्त। हुण इस गल नूं भट्ट साहिबान पाणी च लिखते हैं, जोत उहां जुगत साए सहकाया फेर पलटिए। उही जोत है, उही परमात्मा की जोत, उही जोत नूं प्रवाहित होने की जुगत, बस शरीर बदल रहा है। गुरु नानक साहब के समय शरीर बदलिया है। अर्जन काया पलट के मूरत हरगोबिंद सवारी, गुरु अर्जन साहब का शरीर बदलिया, काया पलटी है गुरु हरगोबिंद साहब के। हुण इस तरह गुरु गोबिंद सिंह महाराज के तो गुरु गोबिंद सिंह महाराज जोत कित्थे रखते हैं? गुरु ग्रंथ जी मान्यो प्रगट गुरां की, गुरु ग्रंथ साहब दे। ते जुगत कित्थे रखते हैं? प्रगट्यो खालसा परमात्म की। जोत और जुगत, ग्रंथ और पंथ वो संकल्प ने जिन्हां दे नाम नाल कदी भी ज्योति जोत शब्द नहीं लग सकता। ना खालसे का ज्योति जोत क्योंकि जुगत है, ना गुरु ग्रंथ साहब का ज्योति जोत क्योंकि शब्द है। जोत और जुगत कभी खत्म नहीं हो सकती, क्योंकि गुरु नानक साहब की ने आप नारायण कलाधार जग मह परवरियो, निरंकार आकार जो जग मंडल करियो। सो गुरु नानक साहब उस निराकार परमात्मा का सराकार रूप ने, जो वो प्रगट होंगे ने तो फिर जोत वहाँ जुगत साए की गल आती है। तो जो कलगीधर पातशाह गुरु गोबिंद सिंह महाराज उस गुरता गद्दी के उपर उस जोत नूं अपने हिरदे दे विचों शब्द दे विच टिका दिंदे ने, तो इस शब्द नूं प्रवाहित करन दा हक जुगत जिहड़ी है वो खालसे नूं दे दिंदे ने। पर खालसा जुगत बदल नहीं सकता। खालसा उही है जिहड़ा गुरु की दसी जुगत के अनुसार चलता है, बदलने का अधिकार नहीं है कि असीं गुरु की विचारधारा नूं अपने अनुसार ढालण का यतन करिए। अपना जीवन गुरु की विचारधारा के अनुसार सानूं चलाउणा पवेगा। सो ये है जोत और जुगत। इसकी एक बहुत प्यारी उदाहरण गुरु तेग बहादुर साहब के जीवन के विच, महराज की जंग 1634 के विच हुई है गुरु हरगोबिंद साहब के समय। उस जंग के विच जिथे बहुत सारे हमलावर जिहड़े सी, दुश्मन जिहड़े सी वो मारे गए, सिंह भी काफ़ी शहीद हुए। तो पातशाह गुरु हरगोबिंद साहब कल्ले कल्ले शहीद होए सिख का सिर अपनी गोद च लैंदे ने, उन्होंने रुमाल दे नाल पूंझदे ने, उन्होंने चुमदे ने, फिर चिखा के उपर रख के आप उहदा अंतिम संस्कार करते हैं। कल्ले कल्ले सिख का प्यार दे नाल गोद दे विच प्यार करके अंतिम संस्कार कर रहे हैं। एक सिख नाम भाई मुगलू उत्थे बैठा रो रहा, रो इस करके नहीं रहा कि शहादतां होईयां ने, ਉਹਦੀ वेदना वक्री है। पातशाह जो संस्कार कर रहे होंगे ने, तो जो वेंदे ने मुगलू बहुत रो रहा है तो वो लागे जाते हैं, कहते भाई मुगलू तू क्यों रो रहा? कहता पातशाह इस करके कि इस जिंदगी नालों तो आ मौत चंगी, इस जिंदगी नालों तो आ मौत चंगी। मैं जिउंदे जी तुहाडी गोद का निक नहीं मान सकिया, पर जिहड़े शहीद हो गए ने तुसीं कल्ले कल्ले का सिर अपनी गोद च रखते हो, प्यार करते हो, तो मेरी जिंदगी दे विच जां मेरे कर्मां दे विच इन्ना प्यार है ही नहीं। इहदे नाल ते चंगा सी मैं जंग दे विच शहीद हो जांदा, कम से कम मेरी ये इच्छा तो पूरी हुंदी ना कि मेरा सिर तुहाडी गोद च हुंदा, इस जिंदगी नालों तो मैं शहीद हो जाता। ये जिथे घटना वापरी जिस जगह का, उस जगह का नाम महराज है। तो ये जिहड़ा सिंह है भाई मुगलू, ये गंढूआ पिंड का रहने वाला सी मालवे दे विच। गुरु साहब ने एक वचन किया, कहते भाई मुगलू जे तेरे मन के अंदर ये गल है कि जदों मैं खत्म होवां जां संसार तो जावां तो मेरा सिर गुरु की गोद च होवे, तो मैं तेनों प्रण करदा तेरी उम्र जिन्नी मर्जी होवे, पर जदों भी तेरा अंतिम समा आवेगा ना तेरा सिर गुरु की गोद च होवेगा। वक्त बीतता गया, गुरु हरगोबिंद साहब ज्योति जोत समा गए, गुरु हर राय साहब ज्योति जोत समा गए, गुरु हरकिशन साहब ज्योति जोत समा गए।
ਤੇ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਦੇ ਇਲਾਕੇ 'ਚ ਸੰਗਤ 'ਚ ਦੀਵਾਨ ਲਾ ਕੇ ਬੈਠੇ ਨੇ। ਦੀਵਾਨ ਦੇ ਵਿੱਚ ਬੈਠੇ ਨੇ, ਸੰਗਤ ਦੇ ਨਾਲ ਸ਼ਬਦ ਦੀ ਵਿਚਾਰ ਕਰ ਰਹੇ ਨੇ। ਵਿਚਾਰ ਕਰਦਿਆਂ ਕਰਦਿਆਂ ਇੱਕਦਮ ਆਸਣ ਤੋਂ ਉੱਠ ਕੇ ਖੜੇ ਹੁੰਦੇ ਨੇ ਤੇ ਭਾਈ ਜੇਠਾ ਜੀ ਨੂੰ ਕਹਿੰਦੇ ਨੇ, ਕਹਿੰਦੇ ਛੇਤੀ ਘੋੜਾ ਤਿਆਰ ਕਰੋ, ਭਾਈ ਮੁਗਲੂ ਦੇ ਘਰ ਜਾਣਾ। ਘੋੜੇ ਦੇ ਉੱਪਰ ਸਵਾਰ ਹੁੰਦੇ ਨੇ, ਸਿੱਧਾ ਜਾਂਦੇ ਨੇ ਉਸ ਪਿੰਡ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ। ਸਿੱਧਾ ਜਾਂਦੇ ਨੇ ਭਾਈ ਮੁਗਲੂ ਦੇ ਘਰ, ਘੋੜੇ ਦੇ ਉੱਪਰ ਸਵਾਰ ਹੋ ਕੇ ਉਹਦੇ ਘਰ ਤੱਕ ਚਲੇ ਜਾਂਦੇ ਨੇ। ਜਾ ਕੇ ਉਤਰ ਕੇ ਵੇਖਦੇ ਨੇ ਕਿ ਬੜੀ ਬਜ਼ੁਰਗ ਅਵਸਥਾ ਦੇ ਵਿੱਚ ਭਾਈ ਮੁਗਲੂ ਜਿਹੜਾ ਉਹ ਆਪਣਾ ਅੰਤਮ ਸਵਾਸਾਂ ਦੇ ਉੱਪਰ ਹੈ। ਪਾਤਸ਼ਾਹ ਜਾਂਦੇ ਨੇ, ਉਹਦੀ ਮੰਜੀ ਦੇ ਉੱਪਰ ਜਾ ਕੇ ਬੈਠਦੇ ਨੇ ਤੇ ਉਹਦਾ ਸਿਰ ਆਪਣੀ ਗੋਦ 'ਚ ਰੱਖ ਕੇ ਕਹਿੰਦੇ ਨੇ, ਭਾਈ ਮੁਗਲੂ, ਮੈਂ ਤੇਰੇ ਨਾਲ ਪ੍ਰਣ ਕੀਤਾ ਸੀ ਨਾ ਮਹਾਰਾਜ ਦੀ ਜੰਗ ਦੇ ਵਿੱਚ ਕਿ ਜਦੋਂ ਤੇਰੇ ਸਵਾਸ ਨਿਕਲਣਗੇ ਤੇ ਤੇਰਾ ਸਿਰ ਗੁਰੂ ਦੀ ਗੋਦ 'ਚ ਹੋਵੇਗਾ। ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਤੇ ਪਤਾ ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਉੱਤੇ ਤੇ ਸੰਸਕਾਰ ਵੀ ਤੁਸੀਂ ਆਪ ਕੀਤਾ ਸੀ। ਇਹ ਕਹਿ ਕੇ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਉਸ ਦਾ ਅੰਤਮ ਸੰਸਕਾਰ ਕਰਕੇ ਆਉਂਦੇ। ਇਹ ਹੈ ਜੋਤ ਔਰ ਜੁਗਤ। 6ਵੇਂ ਜਾਮੇ ਦੇ ਵਿੱਚ ਸਿੱਖ ਨੇ ਗੁਰੂ ਤੋਂ ਕੁਝ ਮੰਗਿਆ, 9ਵੇਂ ਜਾਮੇ ਦੇ ਵਿੱਚ ਗੁਰੂ ਉਸ ਗੱਲ ਨੂੰ ਹੂਬਹੂ ਉਸੇ ਪੂਰਨਤਾ ਦੇ ਨਾਲ ਪੂਰਾ ਕਰ ਰਿਹਾ, ਉਸੇ ਪਿਆਰ ਦੇ ਨਾਲ ਪੂਰਾ ਕਰ ਰਿਹਾ। ਕਿਉਂਕਿ ਗੁਰੂ ਜਿਹੜਾ ਹੈ, ਜੇ ਸਿੱਖ ਦੀ ਭਾਵਨਾ ਹੀ ਪੂਰੀ ਨਾ ਹੋਵੇ, ਪਾਵਨ ਗੁਰਬਾਣੀ 'ਚ ਇੱਕ ਸ਼ਬਦ ਹੋਣਾ ਨਾ, ਤਵ ਗੁਣ ਕਹਾ ਸਤਿਗੁਰਾ, ਜੇ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ। ਵੀ ਗੁਰੂ ਦਾ ਕੀ ਫਾਇਦਾ ਹੈ ਜੇ ਬੁਰੇ ਕਰਮਾਂ ਦਾ ਨਾਸ਼ ਹੀ ਨਾ ਹੋਵੇ, ਤੇ ਫਿਰ ਸਿੰਘ ਸ਼ਰਨਕਤ ਜਾਈਏ, ਸ਼ੇਰ ਦੇ ਨਾਲ ਯਾਰੀ ਰੱਖਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਹੀ ਡਰਨਾ। ਤੇ ਸਾਡੇ ਹਾਲਾਤ ਵੈਸੇ ਹੀ ਨੇ, ਡਰਦੇ ਅਸੀਂ ਗਿੱਦੜਾਂ ਤੋਂ ਹੀ ਹਾਂ। ਕਦੀ ਅਸੀਂ ਸ਼ਨੀ ਤੋਂ ਡਰ ਗਏ, ਕਦੀ ਅਸੀਂ ਧਾਗੇ ਤਵੀਤਾਂ ਤੋਂ ਡਰ ਗਏ, ਕਦੀ ਅਸੀਂ ਵਹਿਮ ਭਰਮ ਤੋਂ ਡਰ ਗਏ। ਪਰ ਪਾਤਸ਼ਾਹ ਗੱਲ ਬੜੀ ਪਿਆਰੀ ਕਰਦੇ ਨੇ, ਕਹਿੰਦੇ ਸਿੰਘ ਸਰਨਕਤ ਜਾਈਏ ਜੋ ਜੰਬਕ ਗਰਾਸੇ। ਪਾਵਨ ਗੁਰਬਾਣੀ 'ਚ ਕਹਿੰਦੇ ਫਿਰ ਸ਼ੇਰ ਦੇ ਨਾਲ ਯਾਰੀ ਰੱਖਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਹੀ ਡਰਨਾ। ਪਰ ਜ਼ਿੰਦਗੀ ਡਰ 'ਚ ਹੀ ਲੰਘਦੀ ਜਾ ਰਹੀ, ਕਦੀ ਕਿਸੇ ਦਾ ਡਰ, ਕਦੀ ਕਿਸੇ ਦਾ ਡਰ, ਕਦੀ ਸਾਡੇ ਮਨਾਂ 'ਚ ਵਹਿਮ ਭਰਮ, ਕਦੀ ਕਰਮਕਾਂਡ, ਕਦੀ ਜੰਤਰ ਮੰਤਰ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਸਾਰੀ ਸਾਡੀ ਜ਼ਿੰਦਗੀ ਇੰਝ ਹੀ ਲੰਘਦੀ ਜਾ ਰਹੀ। ਤੇ ਜਿੱਦਣ ਅਸੀਂ ਕਿਤੇ ਸਿੱਖ ਦੇ ਵਾਂਗੂ ਸਮਰਪਿਤ ਕਰ ਦਿੱਤੀ ਨਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੀ ਇੱਕ ਹੋਰ ਗੱਲ ਸਾਂਝੀ ਕਰਦਾ। ਇੰਟਰਨੈਟ ਦੇ ਉੱਪਰ ਨਾ ਤੁਸੀਂ ਇੱਕ ਸਰਚ ਕਰਿਓ, ਇੱਕ ਨਦੀ ਹੈ, ਰਿਵਰ, ਉਸ ਦਾ ਨਾਂ ਹੈ ਕਰਮਨਾਸਾ, ਸ਼ਾਹਬਾਦ ਜ਼ਿਲ੍ਹੇ ਦੇ ਵਿੱਚ ਕਰਮਨਾਸਾ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖਾਂ ਦੇ ਨਾਲ ਜਾ ਰਹੇ ਨੇ ਤੇ ਕੁਦਰਤੀ ਇਸ਼ਨਾਨ ਕਰਨ ਲੱਗੇ ਤੇ ਲੋਕ ਕਹਿੰਦੇ ਨੇ ਇੱਥੇ ਇਸ਼ਨਾਨ ਨਾ ਕਰਿਓ, ਕਰਮਨਾਸਾ। ਬਾਅਦ ਦੇ ਵਿੱਚੋਂ ਨਦੀ ਗੰਗਾ 'ਚ ਆ ਕੇ ਪੈ ਜਾਂਦੀ ਹੈ ਤੇ ਉਸ ਨਦੀ ਦੇ ਬਾਰੇ ਜਿਹੜੀ ਮਾਈਥੋਲੋਜੀ ਹੈ ਉਹਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਲਿਖਿਆ ਗਿਆ ਕਿ ਤ੍ਰਿਸ਼ੰਕੂ ਰਿਸ਼ੀ ਜਿਹੜਾ ਨਾ ਉਹਦੇ ਥੁੱਕ ਤੋਂ ਪੈਦਾ ਹੋਈ ਸੀ। ਇੱਕ ਜਗ੍ਹਾ ਦੇ ਉੱਪਰ ਲਿਖਿਆ ਗਿਆ ਕਿ ਰਾਵਣ ਨੇ ਪਿਸ਼ਾਬ ਕੀਤਾ ਸੀ ਤਾਂ ਇਹਨੂੰ ਕਰਮਨਾਸਾ ਕਿਹਾ ਜਾਂਦਾ ਹੈ। ਤੁਹਾਨੂੰ ਜਿਹੜਾ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਹੈ ਉਹਦੇ 'ਚ ਮਹਾਨ ਕੋਸ਼ ਦੇ ਵਿੱਚ ਵੀ ਇਹਦੀਆਂ ਵੱਖ-ਵੱਖ ਵਿਆਖਿਆਵਾਂ ਮਿਲ ਜਾਣਗੀਆਂ ਕਰਮਨਾਸਾ ਦੀਆਂ। ਹੁਣ ਕਰਮਨਾਸਾ ਨਦੀ ਦੇ ਬਾਰੇ ਉੱਥੋਂ ਦੇ ਲੋਕ ਕਹਿੰਦੇ ਕਿ ਜਿਹੜਾ ਬੰਦਾ ਇਸ ਨਦੀ ਦੇ ਵਿੱਚ ਨਹਾ ਲਵੇ ਨਾ, ਉਹਦੇ ਚੰਗੇ ਕੀਤੇ ਜਿਹੜੇ ਕਰਮ ਹੈ ਸਾਰੇ ਖਤਮ ਹੋ ਜਾਂਦੇ। ਹੁਣ ਕੁਛ ਨਦੀਆਂ ਐਵੇਂ ਦੀਆਂ ਜਿਹਦੇ 'ਚ ਕਿਹਾ ਜਾਂਦਾ ਵੀ ਤੁਸੀਂ ਨਹਾ ਲਓ ਤੇ ਡਰਾਈ ਕਲੀਨ ਹੋ ਜਾਂਦੇ ਹੋ, ਸਾਰੇ ਜਿਹੜੇ ਤੁਹਾਡੇ ਕਰਮ ਨੇ ਉਹ ਸਾਫ਼ ਹੋ ਜਾਂਦੇ। ਜਿੰਨਾ ਮਰਜ਼ੀ ਤੁਸੀਂ ਚੋਰੀ ਕੀਤੀ ਹੈ, ਝੂਠ ਅਪਰਾਧ ਹੈ, ਉਹ ਸਾਰਾ ਸਾਫ਼ ਹੋ ਜਾਂਦਾ। ਉਹ 'ਚ ਕਹਿੰਦੇ ਜਿੰਨੇ ਤੁਸੀਂ ਚੰਗੇ ਕੀਤੇ ਆ ਉਹ ਸਾਰੇ ਖਤਮ ਹੋ ਜਾਂਦੇ। ਤੇ ਪਾਤਸ਼ਾਹ ਕੀ ਕਰਦੇ ਨੇ, ਸਭ ਤੋਂ ਪਹਿਲਾਂ ਆਪ ਇਸ਼ਨਾਨ ਕਰਦੇ ਨੇ। ਕਹਿੰਦੇ ਫਿਰ ਗੁਰੂ ਕੀ ਹੋਇਆ, ਉਸ ਤੋਂ ਬਾਅਦ ਸੰਗਤ ਇਸ਼ਨਾਨ ਕਰਦੀ ਹੈ। ਕਹਿੰਦੇ ਫਿਰ ਗੁਰੂ ਦੀ ਪੂਰਨਤਾ ਕੀ ਹੋਈ ਕਿ ਜੇ ਇੱਕ ਪਾਣੀ ਦੇ ਸੋਮੇ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜੇਕਰ ਸ਼ੁਭ ਕਰਮ ਜਿਹੜੇ ਨੇ ਉਹਨਾਂ ਦਾ ਵਿਨਾਸ਼ ਹੋ ਜਾਣਾ, ਫਿਰ ਸ਼ਬਦ ਕੀ ਹੋਇਆ। ਉਸ ਇਲਾਕੇ ਦੇ ਵਿੱਚ ਜਿੰਨੇ ਵੀ ਕਰਮਨਾਸਾ ਨਦੀ ਨਾਲ ਸੰਬੰਧਿਤ ਲੋਕਾਂ ਦੇ ਮਨ 'ਚ ਵਹਿਮ ਭਰਮ ਸੀ, ਗੁਰੂ ਸਾਹਿਬ ਨੇ ਸਾਰੇ ਕੱਢ ਦਿੱਤੇ। ਪਰ ਸਾਡੇ ਮਨਾਂ ਦੇ ਵਿੱਚ ਅਜੇ ਵੀ ਉਸੇ ਤਰ੍ਹਾਂ ਮੈਂ ਕੱਲ ਪਰਸੋਂ ਕਿਸੇ ਨੇ ਸ਼ੇਅਰ ਕੀਤਾ, ਪੜ੍ਹ ਰਿਹਾ ਸੀ ਤੇ ਮੈਨੂੰ ਗੱਲ ਫਿਰ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਯਾਦ ਆ ਰਹੀ ਸੀ ਕਿ ਸਿੰਘ ਸਰਨਕਤ ਜਾਈਏ ਜੋ ਜੰਬਕ ਗਰਾਸੇ। ਵੀ ਇਹ ਗੱਲ ਕਹਿਣ ਦਾ ਫਿਰ ਕੀ ਤੁਕ ਰਹਿ ਜਾਂਦੀ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਜੇ ਡਰਨਾ ਹੀ ਛੋਟੀਆਂ-ਛੋਟੀਆਂ ਗੱਲਾਂ ਤੋਂ, ਤੇ ਜੇ ਕਿਤੇ ਸਿਰਫ ਆਪਣੇ ਮਨ 'ਚ ਅਸੀਂ ਇੱਕ ਗੱਲ ਬਣਾ ਲਈਏ, ਸਿਰਫ ਇੱਕ ਗੱਲ ਧਾਰਨ ਕਰ ਲਈਏ ਆਪਣੇ ਮਨ ਦੇ ਵਿੱਚ, ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ, ਫਿਰ ਡਰ ਕਾਹਦਾ।
ਮੇਰਾ ਮੁਝਮੇ ਕੁਛ ਨਹੀਂ ਜੋ ਕੁਛ ਹੈ ਸੋ। ਫਿਰ ਡਰ ਕਾਹਦਾ? ਮੈਨੂੰ ਛੋਟਾ ਜਿਹਾ ਕਿਸੇ ਨੇ ਇੱਕ ਜੋਕ ਜਿਹਾ ਭੇਜਿਆ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਕਹਿੰਦੇ ਕਿਤੇ ਕੋਈ ਕਿਸਾਨ ਕਿਸੇ ਜੋਤਸ਼ੀ ਦੇ ਕੋਲ ਚਲਾ ਗਿਆ, ਤਾਂ ਕੁਦਰਤਨ ਤੁਸੀਂ ਕਿਸੇ ਵੀ ਜੋਤਸ਼ੀ ਦੇ ਕੋਲ ਚਲੇ ਜਾਓ, ਮੈਂ ਖੁਦ ਪੇਸ਼ੇ ਵਜੋਂ ਡਾਕਟਰ ਹੈ ਨਾ, ਤੁਸੀਂ ਤੰਦਰੁਸਤ ਵੀ ਡਾਕਟਰ ਕੋਲ ਚਲੇ ਜਾਓ ਤਾਂ ਅਸੀਂ ਬਿਮਾਰੀ ਕੱਢ ਹੀ ਦੇਣੀ ਹੁੰਦੀ। ਉਹਦਾ ਕਾਰਨ ਹੈ ਸਾਨੂੰ ਟੈਸਟਾਂ 'ਚ ਕਮਿਸ਼ਨ ਹੈ, ਸਾਨੂੰ ਐਕਸਰੇ 'ਚੋਂ ਕਮਿਸ਼ਨ ਹੈ, ਸਾਨੂੰ MRI 'ਚੋਂ ਕਮਿਸ਼ਨ ਹੈ, ਸਾਨੂੰ ਦਵਾਈਆਂ 'ਚੋਂ ਕਮਿਸ਼ਨ ਹੈ। ਜੇ ਅਸੀਂ ਸਾਰਿਆਂ ਨੂੰ ਠੀਕ ਹੀ ਕਹੀ ਜਾਵਾਂਗੇ, ਸਾਡੇ ਕੋਲ ਕੌਣ ਆ? ਹੁਣ ਤੁਸੀਂ ਕਿਸੇ ਵੀ ਜੋਤਸ਼ੀ ਦੇ ਕੋਲ ਚਲੇ ਜਾਓ, ਕਿਸੇ ਵੀ ਕੋਲ ਚਲੇ ਜਾਓ, ਉਹ ਇਹੀ ਕਹੇਗਾ ਕਿ ਤੁਹਾਨੂੰ ਕੁਝ ਨਾ ਕੁਝ ਹੈ। ਮੇਰੇ ਪਿੰਡ ਦੇ ਲਾਗੇ ਦੀ ਮੈਂ ਤੁਹਾਨੂੰ ਗੱਲ ਦੱਸਦਾ, ਬੜੀ ਛੋਟੀ ਜਿਹੀ ਗੱਲ ਹੈ, ਜੋਤਸ਼ੀ ਦੀ ਬਾਅਦ 'ਚ ਕਰਦੇ। ਮੇਰੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਅਤੇ ਉੱਥੇ ਇੱਕ ਬਾਬਾ, ਤਾਂ ਉਸ ਬਾਬੇ ਨੇ ਮੈਨੂੰ ਇੱਕ ਗੱਲ ਦੱਸੀ। ਉਹ ਕਹਿੰਦਾ ਕਿ ਮੇਰੇ ਕੋਲ ਵੇਖੋ, ਆਪਣੇ ਘਰਾਂ 'ਚ ਨੌ ਸੱਸ ਦਾ ਤਾਂ ਕੰਮ ਚੱਲਦਾ ਹੀ ਰਹਿੰਦਾ ਨਾ। ਉਹ ਕਹਿੰਦਾ ਕਿ ਪਹਿਲਾਂ ਸੱਸ ਆ ਗਈ ਮੇਰੇ ਕੋਲ ਅਤੇ ਆ ਕੇ ਕਹਿੰਦੀ ਹੈ ਕਿ ਮੇਰੀ ਨੌਂ ਬੜਾ ਬੋਲਦੀ ਹੈ, ਸਾਰਾ ਦਿਨ ਮੇਰੇ ਅੱਗੇ ਬੋਲਦੀ ਰਹਿੰਦੀ ਹੈ, ਮੇਰੇ ਅੱਗੇ ਬੋਲਦੀ ਰਹਿੰਦੀ ਹੈ। ਕਹਿੰਦਾ ਮੈਂ ਉਹਨੂੰ ਇੱਕ ਛੋਟਾ ਜਿਹਾ ਪੱਥਰ ਦਾ ਟੁਕੜਾ ਦਿੱਤਾ। ਕਹਿੰਦਾ ਮੈਂ ਕਿਹਾ ਵੀ ਸਿਰੇ ਵਾਹਿਗੁਰੂ ਕਹਿ ਕੇ ਨਾ ਅਤੇ ਇਹਨੂੰ ਆਪਣੀ ਜੇਬ 'ਚ ਰੱਖਣਾ, ਅਤੇ ਜਦੋਂ ਵੀ ਤੇਰੀ ਨਹੁੰ ਤੇਰੇ ਅੱਗੇ ਬੋਲਣ ਲੱਗੇ ਅਤੇ ਤੂੰ ਉਹ ਪੱਥਰ ਦੰਦ ਦੇ ਥੱਲੇ ਦੇ ਕੇ ਘੁੱਟ ਲੈਣਾ, ਅਤੇ ਜਿੰਨਾ ਵੀ ਘੁੱਟੀ ਜਾਏਗੀ ਨਾ ਓਨਾ ਹੀ ਤੇਰੀ ਨਹੁੰ ਤੰਗ ਹੋਊਗੀ। ਹੁਣ ਸੱਸ ਇਹ 'ਚ ਹੀ ਬੜੀ ਖੁਸ਼ ਕਿ ਦੰਦ ਦੇ ਥੱਲੇ ਪੱਥਰ ਟੁਕਣਾ ਹੈ ਅਤੇ ਨਹੁੰ ਨੂੰ ਤਾਂ ਪਤਾ ਨਹੀਂ ਕੀ ਕੁਛ ਹੋਈ ਜਾਣਾ, ਸੱਸ ਇਸੇ 'ਚ ਖੁਸ਼। ਕਹਿੰਦਾ ਅਗਲੇ ਦਿਨ ਨਹੁੰ ਆ ਗਈ, ਨਹੁੰ ਵੀ ਇਹੀ ਗੱਲ ਕਹਿੰਦੀ ਮੇਰੀ ਸੱਸ ਬੋਲਦੀ ਬੜਾ। ਕਹਿੰਦਾ ਮੈਂ ਉਹਨੂੰ ਕਹਿ ਦਿੱਤਾ ਵੀ ਆਹ ਪੱਥਰ ਲੈ ਜਾ, ਵਾਹਿਗੁਰੂ ਕਹਿ ਕੇ ਜਦੋਂ ਵੀ ਸੱਸ ਬੋਲਣ ਲੱਗੇ ਨਾ ਦੰਦ ਦੇ ਥੱਲੇ ਰੱਖ ਲੈਣਾ। ਕਹਿੰਦਾ ਲੜਾਈ ਮੁੱਕ ਗਈ। ਕਹਿੰਦਾ ਸਮੱਸਿਆ ਸੀ ਕਿ ਦੋਵੇਂ ਬੋਲਦੀਆਂ ਸੀ ਅਤੇ ਹੁਣ ਦੋਵੇਂ ਹੀ ਨਹੀਂ ਬੋਲਣ ਦਈਆਂ। ਉਹ ਬੋਲਦੀ ਹੈ ਅਤੇ ਉਹ ਪੱਥਰ ਰੱਖ ਕੇ ਚੁੱਪ ਕਰ ਦਿੰਦੀ, ਉਹ ਬੋਲਦੀ ਤਾਂ ਉਹ ਪੱਥਰ ਰੱਖ ਕੇ ਚੁੱਪ ਕਰ ਜਾਂਦੀ ਹੈ। ਕਹਿੰਦਾ ਹੁਣ ਬੋਲਣਾ ਮੁੱਕ ਗਿਆ, ਲੜਾਈ ਮੁੱਕ ਗਈ। ਕਹਿੰਦਾ ਇਹ ਕੋਈ ਜਾਦੂ ਮੰਤਰ ਨਹੀਂ ਸੀ, ਇਹ ਤਾਂ ਕਹਿੰਦਾ ਮੈਂ ਉਹਨਾਂ ਦੀ ਮਾਨਸਿਕਤਾ ਨੂੰ ਸਮਝਿਆ ਵੀ ਇੱਕ ਬੋਲਦੀ ਹੈ ਦੂਜਾ ਬੋਲਣਾ ਸ਼ੁਰੂ ਕਰਦੀ ਹੈ, ਦੂਜੀ ਬੋਲਦੀ ਹੈ ਅਤੇ ਪਹਿਲੀ ਬੋਲਣਾ ਸ਼ੁਰੂ ਕਰਦੀ ਹੈ। ਅਤੇ ਚੁੱਪ ਕਰਾਉਣ ਦਾ ਤਰੀਕਾ ਕੀ ਹੈ? ਜਿਵੇਂ ਕਈ ਵਾਰੀ ਸਾਡੇ ਕੋਈ ਮਰੀਜ਼ ਆ ਕੇ ਜ਼ਿਆਦਾ ਗੱਲਾਂ ਕਰੀ ਜਾਵੇ ਨਾ, ਅਸੀਂ ਹੱਥ ਫੜ ਕੇ ਕਹਿੰਦੇ ਨੇ ਜੀ ਥਰਮਾਮੀਟਰ ਰੱਖੋ, ਬੁਖਾਰ ਲੱਗਦਾ, ਯਾਰ ਘੜੀ ਸ਼ਾਂਤ ਤਾਂ ਹੋਵੇ। ਇਹ ਕੁਦਰਤ ਨੇ ਕਿ ਤੁਹਾਨੂੰ ਪਤਾ ਹੁੰਦਾ ਕਿ ਕਿਹੜੇ ਵਰਤਾਰੇ 'ਚ ਤੁਸੀਂ ਵਿਚਰ ਰਹੇ ਹੁੰਦੇ, ਤੁਹਾਡਾ ਪੇਸ਼ਾ ਕਿਵੇਂ ਦਾ ਹੁੰਦਾ। ਸੋ ਜਿਹੜਾ ਜੋਤਸ਼ੀ ਆ, ਤੁਸੀਂ ਜਾਓਗੇ ਤਾਂ ਕੁਦਰਤਨ ਉਹ ਕਹੇਗਾ ਕਿ ਤੁਹਾਨੂੰ ਸਾੜ ਸੱਤੀ ਆ, ਤੁਹਾਨੂੰ ਇਹ ਹੋਇਆ, ਤੁਹਾਨੂੰ ਉਹ ਹੋਇਆ। ਅਤੇ ਕੋਈ ਵਿਚਾਰਾ ਕਿਸਾਨ ਵੈਸੇ ਜਾ ਕੇ ਬੈਠ ਗਿਆ, ਉਹ ਕਹਿੰਦਾ ਕਿ ਮੇਰਾ ਹੱਥ ਵੇਖ ਕੇ ਕਹਿੰਦਾ ਤੈਨੂੰ ਤੇ ਸਾੜ ਸੱਤੀ ਹੈ ਸ਼ਨੀ ਦੀ, ਤੈਨੂੰ ਤੇ ਉਪਾਅ ਕਰਾਉਣਾ ਪਵੇਗਾ। ਕਹਿੰਦਾ ਕਿੰਨੇ ਕੁ ਪੈਸੇ ਲੱਗਣੇ? ਕਹਿੰਦਾ 100 ਰੁਪਈਆ। ਕਹਿੰਦਾ 100 ਰੁਪਈਆ ਤਾਂ ਹੈ ਨਹੀਂ। ਕਹਿੰਦਾ ਚੱਲ 50 ਦੇ ਦੇ, ਥੋੜ੍ਹਾ ਛੋਟਾ ਉਪਾਅ ਕਰ ਦਾਂਗੇ। ਕਹਿੰਦਾ ਮੇਰੇ ਕੋਲ 50 ਵੀ ਹੈ ਨਹੀਂ। ਉਹਨੇ ਸੋਚਿਆ ਗਾਹਕ ਆਇਆ, ਹੁਣ ਜਾਣ ਕਿਉਂ ਦੇਣਾ। ਕਹਿੰਦਾ 10 ਰੁਪਈਏ ਦੇ ਦੇ, ਕੁਛ ਉਪਾਅ ਤੇ ਕਰਾਂ, 2-4 ਮਹੀਨੇ ਤਾਂ ਸੌਖੇ ਲੰਘਣਗੇ। ਕਹਿੰਦਾ ਮੇਰੇ ਕੋਲ 10 ਵੀ ਹੈ ਨਹੀਂ। ਕਹਿੰਦਾ ਤੇਰੇ ਕੋਲ ਹੈ ਕਿੰਨੇ? ਕਹਿੰਦਾ ਕੋਈ ਵੀ ਨਹੀਂ। ਕਹਿੰਦਾ ਜਾ ਫਿਰ, ਜੇ ਹੈ ਹੀ ਕੁਛ ਨਹੀਂ, ਸ਼ਨੀ ਨੇ ਤੇਰਾ ਵਿਗਾੜਨਾ ਕੀ ਹੈ। ਸੋ ਇਹੀ ਜੇ ਕਿਤੇ ਗੱਲ ਅਸੀਂ ਆਪਣੇ ਮਨ 'ਚ ਭਰ ਲਈਏ ਵੀ ਸਾਡਾ ਹੈ ਹੀ ਕੁਝ ਨਹੀਂ, ਮੇਰਾ ਮੁਝ ਮੇ ਜੋ ਕੁਛ ਹੈ ਸੋ, ਸਿਰਫ ਇੰਨੀ ਕੁ ਗੱਲ ਜੇ ਆਪਣੇ ਮਨ 'ਚ ਧਾਰ ਲਈਏ ਵੀ ਸਾਡਾ ਹੈ ਹੀ ਕੁਝ ਨਹੀਂ, ਸਭ ਕੁਛ ਗੁਰੂ ਦਾ, ਅਤੇ ਸਾਡਾ ਵਿਗਾੜ ਕੌਣ ਸਕਦਾ ਹੈ ਕੁਛ। ਸੋ ਇਹੀ ਪਾਤਸ਼ਾਹ ਨੇ ਉੱਥੇ ਗੱਲ ਕਹੀ ਹੈ ਕਿ ਸਿੰਘ ਸਰਨਕਤ ਜਾਈਏ ਜੋ ਜੰਬਕ ਗਰਾਸੇ। ਜਦੋਂ ਗੁਰੂ ਦੇ ਨਾਲ ਪਿਆਰ ਪਾ ਲਿਆ, ਫਿਰ ਡਰ ਕਾਹਦਾ? ਵਹਿਮ ਦਾ, ਭਰਮ ਦਾ, ਜੰਤਰ ਮੰਤਰ, ਜਾਦੂ ਟੂਣੇ ਕੁਛ ਨਹੀਂ ਵਿਗਾੜ ਸਕਦੇ ਸਾਡਾ। ਸਿਰਫ ਗੁਰੂ ਦੇ ਸਾਹਮਣੇ ਆਪਣਾ ਆਪਾ ਸਮਰਪਿਤ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਗੁਰਦੇਵ ਪਾਤਸ਼ਾਹ ਦੀ ਇੱਕ ਘਟਨਾ ਬੜੀ ਅਹਿਮ ਹੈ, ਉਹ ਵੀ ਸਾਂਝੀ ਕਰਨੀ ਜ਼ਰੂਰੀ ਹੈ, ਕਿਉਂਕਿ ਜਿਹੜਾ ਪਹਿਲਾ ਫਰਮਾਨ ਬਾਰਨੇ ਪਿੰਡ ਦੇ ਵਿੱਚ, ਕੈਥਲ ਦੇ ਕੋਲ ਹੈ ਪਿੰਡ ਬਾਰਨਾ, ਉੱਥੇ ਗੁਰੂ ਪਾਤਸ਼ਾਹ ਨੇ ਉੱਥੋਂ ਦੀ ਸੰਗਤ ਨੂੰ ਇੱਕ ਲਿਖਤੀ ਫਰਮਾਨ ਜਾਰੀ ਕੀਤਾ। ਸੰਗਤ ਨੂੰ ਬਿਠਾਇਆ ਔਰ ਕਿਹਾ ਕਿ ਤੁਹਾਡੇ ਪਿੰਡ ਦੇ ਵਿੱਚ ਤੰਬਾਕੂ ਦੀ ਖੇਤੀ ਨਹੀਂ ਹੋਵੇਗੀ। ਹੁਣ ਇਹ ਬੜੀ ਅਹਿਮ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੰਬਾਕੂ ਸ਼ਬਦ ਨਹੀਂ ਹੈਗਾ। ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੀਆਂ ਜੰਮ ਪਕੜ ਚਲਾਈ। ਉਹ ਜਿਹੜੀ ਆ ਬੀੜਾ ਸ਼ਬਦ ਆ, ਉਹ ਪਾਨ ਦੇ ਵਾਸਤੇ ਵਰਤਿਆ ਜਾਂਦਾ। ਆ ਬੀੜੀ ਤੰਬਾਕੂ ਵਾਲੀ ਬਹੁਤ ਬਾਅਦ 'ਚ ਆਈ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਤੰਬਾਕੂ ਆਇਆ ਹੀ 1605 ਤੋਂ ਬਾਅਦ ਦੇ ਵਿੱਚ। ਔਰ ਗੁਰੂ ਸਾਹਿਬ ਦੇ ਸਮੇਂ ਜਦੋਂ 1605 ਦੇ ਵਿੱਚ ਅਕਬਰ ਦੇ ਸਮੇਂ ਆਇਆ, ਉਸ ਤੋਂ ਬਾਅਦ ਜਹਾਂਗੀਰ ਜਿਹੜਾ ਸੀ ਇਸ ਨੂੰ ਦਵਾਈ ਦੇ ਤੌਰ 'ਤੇ ਵਰਤਦਾ ਰਿਹਾ, ਅਤੇ ਜਹਾਂਗੀਰ ਨੇ ਬਾਅਦ 'ਚ ਪਾਬੰਦੀ ਲਾ ਦਿੱਤੀ। ਅਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਕਮਾਈ ਦਾ ਸਾਧਨ ਹੈ, ਅਤੇ ਮਾਲਵੇ ਦੇ ਵਿੱਚ ਕੁਝ ਕਿਸਾਨਾਂ ਨੇ ਤੰਬਾਕੂ ਬੀਜਣਾ ਸ਼ੁਰੂ ਕਰ ਦਿੱਤਾ।
ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ, ਇਹ ਬੜੀ ਸਮਝਣ ਵਾਲੀ ਗੱਲ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਲੱਗਾ ਕਿ ਇਸ ਇਲਾਕੇ ਦੇ ਕਿਸਾਨ ਤੰਬਾਕੂ ਦੀ ਖੇਤੀ ਕਰ ਰਹੇ ਨੇ, ਪਾਤਸ਼ਾਹ ਨੇ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਮਝਾਇਆ ਕਿ ਨਾ ਗੁਰੂ ਕਾ ਸਿੱਖ ਤੰਬਾਕੂ ਦੀ ਖੇਤੀ ਕਰੇਗਾ, ਨਾ ਤੰਬਾਕੂ ਵੇਚੇਗਾ, ਨਾ ਤੰਬਾਕੂ ਸੇਵਨ ਕਰੇਗਾ। ਹੁਣ ਤੰਬਾਕੂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕਰਦੇ ਨੇ ਤੇ ਸਾਡੀਆਂ ਬੱਜਰ ਕ੍ਰੈਤਾਂ ਵਿੱਚ ਸ਼ਾਮਲ ਹੈ ਜਗਤ ਜੂਠ। ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਗਤ ਜੂਠ ਕਿਉਂ ਕਿਹਾ ਗਿਆ। ਕਿਤੇ ਤੁਹਾਨੂੰ ਯਹੂਦੀ ਜਿਹੜੇ ਨੇ ਨਾ, ਜਿਊਸ਼, ਯਹੂਦੀਆਂ ਦਾ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਹੈ ਉਹਦੇ ਬਾਰੇ ਇੱਕ ਡਾਕਟਰ ਸਟੀਫਨ ਕਾਰਲਨ ਨੇ, ਉਹਨਾਂ ਦਾ ਇੱਕ ਥੀਸਿਸ ਆ, ਉਹ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ, ਉਹਨੂੰ ਜ਼ਰੂਰ ਪੜ੍ਹਿਓ। ਉਹ ਕਹਿੰਦੇ ਕਿ ਜੇ ਤੁਸੀਂ ਯਹੂਦੀ ਨਹੀਂ ਹੋ ਤਾਂ ਕਿਸੇ ਉਸ ਯਹੂਦੀ ਦੇ ਘਰ ਸਿਗਰਟ ਲੈ ਕੇ ਨਾ ਚਲੇ ਜਾਇਓ ਜਿਹਦੇ ਘਰ ਦੇ ਵਿੱਚ ਕੋਈ ਬੱਚੀ ਜਾਂ ਨੌ ਪ੍ਰੈਗਨੈਂਟ ਹੈ। ਜਿਸ ਘਰ ਦੇ ਵਿੱਚ ਉਹਨਾਂ ਦੀ ਬੱਚੀ ਜਾਂ ਨੌ ਪ੍ਰੈਗਨੈਂਟ ਹੋਵੇ, ਕੋਈ ਵੀ ਸਿਗਰਟ ਪੀਣ ਵਾਲਾ ਯਹੂਦੀਆਂ ਦੇ ਘਰ 'ਚ ਨਹੀਂ ਜਾ ਸਕਦਾ। ਹੁਣ ਇਹਦੇ ਪਿੱਛੇ ਕਾਰਨ WHO ਜਾਂ ਯੂਨਾਈਟਿਡ ਨੇਸ਼ਨ ਡਰੱਗ ਕੰਟਰੋਲ ਪ੍ਰੋਗਰਾਮ ਨੇ ਤਾਂ ਬਹੁਤ ਬਾਅਦ ਦੇ ਵਿੱਚ ਕਿਹਾ ਹੈ ਕਿ ਤੰਬਾਕੂ ਦੇ ਐਕਟਿਵ ਤੇ ਪੈਸਿਵ ਸਮੋਕਰ ਹੁੰਦੇ ਨੇ, ਕਿ ਜਿਹੜਾ ਇੱਕ ਬੰਦਾ ਸਿਗਰਟ ਨੋਸ਼ੀ ਕਰਦਾ ਹੈ, ਜਦੋਂ ਉਹ ਧੂੰਆਂ ਬਾਹਰ ਕੱਢਦਾ ਹੈ ਤਾਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਓਨਾ ਹੀ ਨੁਕਸਾਨ ਕਰਦਾ ਜਿੰਨਾ ਉਹਨੂੰ ਨੁਕਸਾਨ ਹੋ ਰਿਹਾ ਹੁੰਦਾ। ਇਹ ਤਾਂ ਅੱਜ ਦੀਆਂ ਖੋਜਾਂ ਨੇ। ਅਜੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਇਹਦੇ ਵਾਸਤੇ ਸ਼ਬਦ ਵਰਤਿਆ ਜਗਤ ਜੂਠ, ਕਿ ਇੱਕ ਵਿਅਕਤੀ ਪੀਂਦਾ ਤੇ ਜਗਤ ਨੂੰ ਝੂਠਾ ਕਰਦਾ ਹੈ। ਜਗਤ ਜੂਠ, ਤੰਬਾਕੂ ਨਾ ਸੇਵ। ਦੂਜੀ ਗੱਲ, ਜਿਹੜੀ ਗੱਲ ਯਹੂਦੀ ਅੱਜ ਕਹਿ ਰਹੇ ਨੇ ਕਿ ਜੇਕਰ ਗਰਭਵਤੀ ਬੱਚੀ ਜਾਂ ਨੌ ਜਾਂ ਬੇਟੀ ਜੇਕਰ ਉਸ ਘਰ ਦੇ ਵਿੱਚ ਤੰਬਾਕੂ ਦਾ ਸੇਵਨ ਹੋਵੇਗਾ ਤੇ ਜਿਹੜੀ ਉਹਨਾਂ ਦੀ ਆਉਣ ਵਾਲੀ ਔਲਾਦ ਹੈ, ਉੱਥੇ ਉਹ ਸ਼ਬਦ ਵਰਤੇ ਨੇ ਮੌਰਨ, ਕਮਲੇ, ਬੇਵਕੂਫ ਪੈਦਾ ਹੋਣਗੇ। ਹੁਣ ਸਾਡੇ ਰਹਿਤਨਾਮਿਆਂ 'ਚ ਕੀ ਲਿਖਿਆ, ਇਹ ਵੱਖਰੀ ਗੱਲ, ਅਸੀਂ ਪੜ੍ਹਨ ਦਾ ਯਤਨ ਨਹੀਂ ਕਰਦੇ। ਸਾਡੇ ਰਹਿਤਨਾਮਿਆਂ ਦੇ ਵਿੱਚ ਬੜਾ ਸਪਸ਼ਟ ਹੈ, ਮਦਰਾ ਦੋਹਿਥਾ ਏਕ ਕੁਲ, ਭਾਂਗ ਦਹੇ ਤਨ ਏਕ, ਕਿ ਸਿੱਖ ਦੇ ਵਾਸਤੇ ਸ਼ਰਾਬ ਪੀਣੀ ਵੀ ਵਰਜਿਤ ਹੈ। ਪਰ ਹੁਣ ਸਾਡੇ ਹਾਲਾਤ ਕੀ ਨੇ, ਪਤਾ ਨਹੀਂ ਸੱਚ ਕਿ ਝੂਠ, ਕਿਉਂਕਿ ਮੈਂ ਕਿਹੜਾ ਨੇੜੇ ਸੀ। ਕੱਲ੍ਹ ਪਰਸੋਂ ਦੀ ਇੰਟਰਨੈਟ ਦੇ ਉੱਪਰ ਇੱਕ ਖਬਰ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਸ਼ਰਾਬ ਪੀਤੀ ਦੀ ਹਾਲਤ ਦੇ ਵਿੱਚ ਤਖਤ ਦਮਦਮਾ ਸਾਹਿਬ ਚਲਾ ਗਿਆ। ਜੇ ਗਿਆ ਹੋਵੇ ਵੇਖੋ ਤਾਂ ਬਹੁਤ ਮਾੜੀ ਗੱਲ ਹੈ, ਕਿਉਂਕਿ ਅਜੇ ਤੱਕ ਮੇਰੇ ਖਿਆਲ ਨਾਲ ਅਧਿਕਾਰਤ ਤੌਰ ਤੇ ਖੰਡਨ ਜਾਂ ਮੰਡਨ ਨਹੀਂ ਹੋਇਆ। ਪਰ ਜੇ ਇੰਜ ਹੋਇਆ ਹੋਵੇ ਤਾਂ ਬਹੁਤ ਮਾੜੀ ਗੱਲ ਹੈ, ਕਿਉਂਕਿ ਨਸ਼ਿਆਂ ਦੀ ਪ੍ਰਵਿਰਤੀ ਇੰਨੀ ਜ਼ਿਆਦਾ ਤੇ ਇਸ ਰੂਪ 'ਚ ਵੱਧਦੀ ਜਾ ਰਹੀ ਹੈ ਕਿ ਲੋਕਾਂ ਨੇ ਸ਼ਰਾਬ ਨੂੰ ਨਸ਼ਾ ਗਿਣਨਾ ਹੀ ਬੰਦ ਕਰ ਦਿੱਤਾ। ਇੱਥੋਂ ਦਾ ਮੈਨੂੰ ਪਤਾ ਨਹੀਂ ਹੈ ਕਿ ਆਪਣੇ ਵੀਰ ਸ਼ਰਾਬ ਨੋਸ਼ੀ ਕਰਦੇ ਜਾਂ ਨਹੀਂ ਕਰਦੇ, ਪਰ ਪੰਜਾਬ ਦੇ ਵਿੱਚ ਹੁਣ ਜਦੋਂ ਕੋਈ ਰਿਸ਼ਤਾ ਵੀ ਕੀਤਾ ਜਾਂਦਾ ਨਾ ਤਾਂ ਉਹ ਕਹਿੰਦੇ ਮੁੰਡਾ ਸਿਰਫ ਸ਼ਰਾਬ ਹੀ ਪੀਂਦਾ, ਨਸ਼ਾ ਕੋਈ ਨਹੀਂ ਕਰਦਾ। ਮਤਲਬ ਕਿ ਸ਼ਰਾਬ ਨੂੰ ਤਾਂ ਪਾਣੀ ਸਮਝਣ ਲੱਗੇ ਕਿ ਮੁੰਡਾ ਬਸ ਸ਼ਰਾਬ ਹੀ ਪੀਂਦਾ, ਹੋਰ ਨਸ਼ਾ ਕੋਈ ਨਹੀਂ ਕਰਦਾ। ਕਿਤੇ ਕਦੀ ਕਦਾਈ ਫੀਮ ਹੀ ਆ, ਪਰ ਚਿੱਟੇ ਤੋਂ ਬਚਿਆ। ਮਤਲਬ ਕਿ ਪੰਜਾਬ ਦੇ ਵਿੱਚ ਚਿੱਟਾ ਹੁਣ ਆਮ ਨਸ਼ਾ ਹੋ ਗਿਆ। ਤੇ ਸ਼ਰਾਬ ਔਰ ਅਫੀਮ ਦੇ ਬਾਰੇ ਇਹ ਗੱਲ ਹੈ ਕਿ ਇਹ ਤਾਂ ਆਮ ਆ ਵੀ ਮੁੰਡਾ ਚਿੱਟਾ ਨਹੀਂ ਖਾਂਦਾ, ਵੀ ਸ਼ਰਾਬ ਅਫੀਮ ਦੀ ਕੋਈ ਗੱਲ ਨਹੀਂ। ਇਹਦਾ ਮਤਲਬ ਕਿ ਸਾਡਾ ਜਿਹੜਾ ਮਾਨਸਿਕ ਪੱਧਰ ਹੈ ਉਹ ਕਿੱਥੇ ਡਿੱਗਦਾ ਜਾ ਰਿਹਾ। ਤੇ ਗੁਰਦੇਵ ਪਾਤਸ਼ਾਹ ਨੇ ਸਾਨੂੰ ਹੁਕਮਨਾਮਿਆਂ 'ਚ ਬਖਸ਼ਿਸ਼ ਕੀ ਕੀਤਾ, ਰਹਿਤਨਾਮਿਆਂ 'ਚ ਮਦਰਾ ਦੋਹਿਥਾ ਏਕ ਕੁਲ, ਭਾਂਗ ਦਹੈ ਤਨ ਏਕ, ਜਗਤ ਜੂਠ ਸਤ ਕੁਲ ਦਹੈ, ਨਿੰਦਾ ਦਹੇ ਅਨੇਕ। ਸਾਰਿਆਂ ਨਸ਼ਿਆਂ ਦੇ ਵਿੱਚੋਂ ਤੰਬਾਕੂ, ਜਗਤ ਜੂਠ, ਇਹ ਹੀ ਐਸਾ ਭੈੜਾ ਨਸ਼ਾ ਹੈ ਜਿਹੜਾ ਪਲੇਸੈਂਟਲ ਬੈਰੀਅਰ ਨੂੰ ਕ੍ਰਾਸ ਕਰਦਾ ਹੈ, ਕਿ ਜੇ ਇੱਕ ਗਰਭਵਤੀ ਮਾਂ ਸਿਗਰਟ ਨੋਸ਼ੀ ਕਰਦੀ ਹੈ ਤਾਂ ਜਿੰਨੇ ਹਾਰਮਫੁਲ ਕੈਮੀਕਲ ਉਹਦੇ ਪੇਟ 'ਚ ਜਾਂਦੇ ਨੇ ਉਨੇ ਹੀ ਉਹਦੇ ਬੱਚੇ ਦੇ ਪੇਟ 'ਚ ਜਾਂਦੇ ਨੇ, ਤੇ ਅੱਗੋਂ ਬੱਚੇ ਦੇ ਵਿੱਚ ਵੀ ਉਹੀ ਜਿਹੜੇ ਨੇ ਦਿਮਾਗੀ ਤੌਰ 'ਤੇ ਗੁਆਚੇ ਹੋਏ ਤਵਾਜ਼ਨ ਵਾਲੇ ਜਿਹੜੇ ਗੁਣ ਨੇ ਉਹ ਪੈਦਾ ਹੁੰਦੇ ਨੇ। ਤੇ ਇਸ ਨੂੰ ਲਿਖਿਆ ਹੈ ਮਦਰਾ ਦੋਹਿਥਾ ਏਕ ਕੁਲ, ਭਾਂਗ ਦਹੇ ਤਨ ਏਕ, ਜਗਤ ਜੂਠ ਸਤ ਕੁਲ ਦਹੇ। ਜਗਤ ਜੂਠ ਤੰਬਾਕੂ, ਕਿ ਜਿਹੜਾ ਤੰਬਾਕੂ ਦਾ ਅਸਰ ਹੈ ਉਹ ਕੁੱਲਾਂ ਦੇ ਵਿੱਚ ਜਾਂਦਾ ਹੈ। ਇਹ ਵੇਖੋ ਸਾਇੰਸ ਨੇ ਤਾਂ ਹੁਣ ਰਿਸਰਚ ਕੀਤੀ ਹੈ ਕਿ ਪਲਸੈਂਟਲ ਬੈਰੀਅਰ ਕ੍ਰਾਸ ਕਰਦਾ ਹੈ, ਪਰ ਗੁਰੂ ਸਾਹਿਬ ਨੇ ਜਦੋਂ ਜਗਤ ਜੂਠ ਕਹਿ ਕੇ ਸਿੱਖਾਂ ਨੂੰ ਵਰਜਿਆ ਤਾਂ ਉਦੋਂ ਹੀ ਦੱਸ ਦਿੱਤਾ ਕਿ ਨਹੀਂ, ਇਹਦੀ ਵਰਤੋਂ ਕਰਨ ਦੇ ਨਾਲ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ 'ਤੇ ਅਸਰ ਹੋਵੇਗਾ।
ਸੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਿੰਨੀ ਰਹਿਮਤ ਔਰ ਜਿੰਨੀ ਬਖਸ਼ਿਸ਼ ਸਾਡੇ ਤੇ ਕੀਤੀ, ਮੈਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕੱਲ ਅਸੀਂ ਇਸੇ ਲੜੀ ਨੂੰ ਅੱਗੇ ਸ਼ੁਰੂ ਕਰਾਂਗੇ ਕਿ ਜ਼ੀਨਤ ਅਰਾਏ ਮਹਿਫਿਲ ਸਾਹੋ ਜਲਾਲ, ਸ਼ਹਾਦਤ, ਇਹਦੇ ਬਾਰੇ ਬਹੁਤ ਜ਼ਿਆਦਾ ਗਹਿਰ ਚਿੰਤਨ ਕਰਨ ਦੀ ਲੋੜ ਹੈ। ਕਿਤੇ ਅਸੀਂ ਬਲਿਦਾਨ ਸ਼ਬਦ ਵਰਤੀ ਜਾਂਦੇ ਹਾਂ, ਕਿਤੇ ਅਸੀਂ ਕੁਰਬਾਨੀ ਸ਼ਬਦ ਵਰਤੀ ਜਾਂਦੇ ਹਾਂ, ਕਿਤੇ ਅਸੀਂ ਗੁਰੂ ਸਾਹਿਬ ਨੇ ਆਪਣਾ ਆਪ ਵਾਰ ਦਿੱਤਾ, ਵਾਰਨਾ ਸ਼ਬਦ ਵਰਤੀ ਜਾਂਦੇ ਹਾਂ, ਪਰ ਸ਼ਹਾਦਤ ਦਾ ਸੰਕਲਪ ਬਹੁਤ ਉਚੇਰਾ ਹੈ। ਸੋ ਕੱਲ੍ਹ ਕੋਸ਼ਿਸ਼ ਕਰਾਂਗੇ ਕਿ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਤੇ ਗੁਰੂ ਸਾਹਿਬ ਦੀ ਸ਼ਹਾਦਤ, ਉਹਦੇ ਬਾਰੇ ਧਿਆਨ ਦੇ ਨਾਲ ਇਸੇ ਤਰ੍ਹਾਂ ਆਪਾਂ ਸਮਝਣ ਦਾ ਯਤਨ ਕਰਾਂਗੇ। ਅੱਜ ਦਿੱਤਾ ਹੋਇਆ ਵਕਤ ਜਿਹੜਾ 1 ਘੰਟੇ ਦਾ ਉਹ ਸਮਾਪਤ ਹੈ। ਅੱਜ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਕੁਝ ਸਿੱਖਿਆਦਾਇਕ ਗੱਲਾਂ ਜਿਹੜੀਆਂ ਸੀ ਉਹਨਾਂ ਦੀ ਸਾਂਝ ਪਾਈ ਹੈ। ਕੱਲ੍ਹ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਾਣਨ ਦਾ ਜ਼ਿਕਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।